ਬਹੁਤ ਸਾਰੀਆਂ ਗੱਲਾਂ ਸੇਵਾ ਬਾਰੇ ਔਰ ਜਦੋਂ ਅਸੀਂ ਹਿਊਮੈਨਿਟੀ ਦੀਆਂ ਗੱਲਾਂ ਕਰਦੇ ਹਾਂ ਕਿ ਸਾਰੇ ਹੀ ਮਾਨਸ ਕੀ ਜਾਤ ਸਭ ਏਕੇ ਪਹਿਚਾਨਬੋ, ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਅਸੀਂ ਰੋਜ਼ ਪੜ੍ਹਦੇ ਸੁਣਦੇ ਹਾਂ। ਪਰ ਜਦੋਂ ਪ੍ਰੈਕਟੀਕਲੀ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਕਿੰਨਾ ਅਪਣਾਉਂਦੇ ਹਾਂ, ਇਹ ਗੱਲ ਆਉਂਦੀ ਹੈ। ਮੇਰਾ ਖਿਆਲ ਹੈ ਕਿ ਉਹਦੀ ਅਸੀਂ ਕੱਢ ਕੇ ਦੇਖੀਏ, ਗਿਣਤੀ ਮਿਣਤੀ ਕਰਕੇ ਦੇਖੀਏ ਤਾਂ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਪ੍ਰੈਕਟੀਕਲੀ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ 'ਚ ਅਪਣਾਇਆ। ਕਿਸੇ ਰੰਗ ਦਾ, ਕਿਸੇ ਭੇਦ ਦਾ, ਜਾਤ ਦੇ ਹਿਸਾਬ ਨਾਲ ਕੋਈ ਭੇਦਭਾਵ ਨਾ ਕਰਨਾ, ਜੋ ਸਾਨੂੰ ਸਾਡੇ ਗੁਰੂ ਸਾਹਿਬਾਂ ਨੇ ਸਿਖਾਇਆ ਕਿ ਹਾਂ ਬਈ ਜਦੋਂ ਸੇਵਾ ਕਰਨੀ ਹੈ ਫਿਰ ਹੀ ਨਹੀਂ ਦੇਖਣਾ ਉਹ ਬੈਰੀ ਹੈ, ਉਹ ਦੁਸ਼ਮਣ ਹੈ। ਜੋ ਬੰਦਾ ਤਕਲੀਫ 'ਚ ਹੈ ਉਹਨੂੰ ਤੁਹਾਡੀ ਮਦਦ ਦੀ, ਤੁਹਾਡੀ ਹੈਲਪ ਦੀ ਜ਼ਰੂਰਤ ਹੁੰਦੀ ਹੈ। ਸੋ ਇਹੋ ਜਿਹੀ ਜ਼ਿੰਦਗੀ ਜੀ ਰਹੇ ਔਰ ਜ਼ਿੰਦਗੀ 'ਚ ਇਹੋ ਜਿਹੀ ਮਿਸਾਲ ਕਾਇਮ ਕਰਨ ਵਾਲੇ ਮਿਸਟਰ ਭੁਪਿੰਦਰ ਸਿੰਘ ਕੋਹਲੀ ਬੰਬੇ ਤੋਂ, ਉਹਨਾਂ ਨੇ ਜ਼ਿੰਦਗੀ 'ਚ ਇਹ ਮਾਨਵਤਾ ਦੀ ਸੇਵਾ ਨੂੰ ਕਿਵੇਂ ਅਪਣਾਇਆ ਔਰ ਕਿਸ ਤਰ੍ਹਾਂ ਦੀ ਸੇਵਾ ਉਹ ਕਰਦੇ ਨੇ ਜ਼ਿੰਦਗੀ 'ਚ। ਬੰਬੇ ਤੋਂ ਉਹ ਸਾਡੇ ਨਾਲ ਨੇ, ਉਹਨਾਂ ਦਾ ਸਵਾਗਤ ਕਰਾਂਗੇ ਔਰ ਉਹਨਾਂ ਦਾ ਸਵਾਗਤ ਕਰਦਿਆਂ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਇਹ ਸੁਣਾਵਾਂਗੇ ਕਿ ਕੀ ਬੰਦੇ ਕੋਲ ਬਹੁਤ ਕੁਝ ਹੋਣਾ ਚਾਹੀਦਾ, ਬਹੁਤ ਸਾਰੇ ਰਿਸੋਰਸਿਸ ਹੋਣੇ ਚਾਹੀਦੇ ਨੇ ਜਦੋਂ ਤੁਸੀਂ ਸੇਵਾ ਕਰਨੀ ਹੈ, ਜਾਂ ਇੱਕ ਭਾਵਨਾ, ਇੱਕ ਜਜ਼ਬਾ, ਇੱਕ ਜਨੂੰਨ ਹੋਣਾ ਚਾਹੀਦਾ ਸੇਵਾ ਕਰਨ ਦਾ, ਫਿਰ ਰਾਸਤੇ ਆਪਣੇ ਆਪ ਬਣਦੇ ਚਲੇ ਜਾਂਦੇ ਆ। ਸਵਾਗਤ ਕਰਾਂਗੇ ਮਿਸਟਰ ਭੁਪਿੰਦਰ ਸਿੰਘ ਕੋਹਲੀ ਹੋਰਾਂ ਦਾ। ਬਹੁਤ ਸਵਾਗਤ ਮਿਸਟਰ ਕੋਹਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਮਿਸਟਰ ਕੋਹਲੀ। ਔਰ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਮੈਂ ਤੁਹਾਨੂੰ ਆਪਣੇ ਸਟੂਡੀਓ 'ਚ ਤੁਹਾਡੇ ਨਾਲ ਗੱਲਬਾਤ ਕਰਦੇ, ਆਪਣੇ ਸਰੋਤਿਆਂ ਨਾਲ ਤੁਹਾਡੀ ਸਾਂਝ ਪਾਉਂਦੇ ਹਾਂ। ਕੋਹਲੀ, ਮੈਂ ਜਦੋਂ ਸ਼ੁਰੂ ਕਰੀਦਾ ਪਹਿਲੀ ਗੱਲ ਤਾਂ ਇਹੀ ਹੈ ਕਿ ਇਹ ਸਾਰੀਆਂ ਗੱਲਾਂ ਕਿ ਮਨੁੱਖਤਾ ਦੀ ਸੇਵਾ ਕਰਨੀ ਬਿਨਾਂ ਕਿਸੇ ਜਾਤ ਪਾਤ ਦਾ ਭੇਦ ਕੀਤਿਆਂ, ਬਿਨਾਂ ਕਿਸੇ ਰੰਗ ਦਾ, ਔਰ ਨਾ ਇਹ ਦੇਖਣਾ ਕਿ ਕੋਈ ਕਿੱਥੋਂ ਆਇਆ, ਉਹਦੀ ਬੈਕਗਰਾਊਂਡ ਕੀ ਹੈ, ਉਹ ਦੁਖੀ ਹੈ ਔਰ ਉਹਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ। ਇੱਕ ਬੜਾ ਹੀ ਖੂਬਸੂਰਤ ਜਜ਼ਬਾ ਹੈ। ਇਹਦੇ ਲਈ ਸਭ ਤੋਂ ਪਹਿਲਾਂ ਮੈਂ ਤੁਹਾਡੀ ਸ਼ਲਾਘਾ ਕਰਦੀ ਹਾਂ, ਐਪਰੀਸ਼ੀਏਟ ਕਰਦੀ ਹਾਂ ਤੁਹਾਨੂੰ ਕਿ ਤੁਸੀਂ ਇਸ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਜੀ ਰਹੇ ਹੋ ਔਰ ਇਸ ਤਰ੍ਹਾਂ ਦਾ ਜਿਹੜਾ ਇੱਕ ਰਵੱਈਆ, ਇਹ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਗੱਲਾਂ ਨੇ। ਪਹਿਲਾਂ ਤਾਂ ਮੈਂ ਇਹ ਪੁੱਛੂੰਗੀ ਕਿ ਤੁਸੀਂ ਬੰਬੇ ਤੋਂ ਹੀ ਬਿਲੋਂਗ ਕਰਦੇ ਹੋ, ਤੁਹਾਡਾ ਜਿਹੜਾ ਸ਼ੁਰੂ ਤੋਂ ਤੁਸੀਂ ਬੰਬੇ ਰਹੇ ਹੋ। ਮੇਰਾ ਖਿਆਲ ਹੈ ਕਿ ਮੈਂ ਸ਼ੁਰੂ ਤੋਂ ਸ਼ੁਰੂ ਕਰਦੀ ਹੁੰਦੀ ਹਾਂ। ਸੋ ਬੇਸਿਕਲੀ ਇਹ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਤੁਸੀਂ ਸ਼ੁਰੂ ਤੋਂ ਬੰਬੇ ਹੀ ਰਹਿੰਦੇ ਹੋ, ਪੜ੍ਹੇ ਲਿਖੇ ਬੰਬੇ 'ਚ ਹੀ ਹੋ। ਹਾਂਜੀ ਭੈਣ ਜੀ, ਮੇਰਾ ਜਨਮ ਬੰਬੇ ਦਾ ਹੀ ਹੋਇਆ ਤੇ ਪੜ੍ਹਾਈ ਲਿਖਾਈ ਵੀ ਮੇਰੀ ਬੰਬੇ ਹੀ ਹੋਈ ਆ ਔਰ ਕਰੀਬਨ 60 ਸਾਲ ਹੋ ਗਏ ਮੇਰੇ ਬੰਬੇ 'ਚ। ਮੇਰੀ ਉਮਰ ਦੇ ਹਿਸਾਬ ਤੇ ਮੇਰੇ ਪਰਿਵਾਰ ਨਾਲ ਇੱਥੇ ਹੀ ਵਸੇ ਹੋਏ। ਔਰ ਬੰਬੇ ਪਾਰਟੀਸ਼ਨ ਤੋਂ ਬਾਅਦ ਮੇਰੇ ਪੈਰੈਂਟਸ ਕੁਝ ਸਾਲ ਪਟਿਆਲੇ ਰਹਿ ਕੇ ਬੰਬੇ ਸ਼ਿਫਟ ਹੋਏ 1952-53 ਦੇ ਆਸ, ਔਰ ਬਾਅਦ ਵਿੱਚ 1960 ਦਾ ਮੇਰਾ ਜਨਮ ਹੈ ਔਰ ਤਾਂ ਤੋਂ ਅਸੀਂ ਬੰਬੇ ਹੀ ਰਹਿ ਰਹੇ ਹਾਂ। ਤਾਂ ਜਿਹੜੀ ਗੱਲ ਹੈ ਮਿਸਟਰ ਕੋਹਲੀ, ਪਹਿਲੀ ਗੱਲ ਤਾਂ ਇਹੀ ਹੈ ਕਿ ਮੈਂ ਜਿੱਥੋਂ ਤੱਕ ਸਾਰਾ ਕੁਝ ਪੜ੍ਹਿਆ ਕਿ ਤੁਸੀਂ ਬੈਂਕ 'ਚ ਆਫਿਸਰ ਸੀਗੇ। ਬੈਂਕ 'ਚ ਆਫਿਸਰ ਹੁੰਦੇ ਆ ਔਰ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਹੁਣ ਜ਼ਿੰਦਗੀ ਦੀ ਆਮ ਜੱਦੋ ਜਹਦ ਜਿਸ ਅਸੀਂ ਸਾਰੇ ਲੰਘਦੇ ਹਾਂ, ਅਸੀਂ ਸੋਚਦੇ ਬਹੁਤ ਕੁਛ ਹੈ ਕਿ ਕਦੇ ਵਕਤ ਮਿਲਿਆ ਫਿਰ ਅਸੀਂ ਚੈਰਿਟੀ ਕਰਾਂਗੇ, ਬਹੁਤ ਸਾਰੇ ਪੈਸੇ ਹੋਏ। ਆਮ ਇੱਕ ਬੰਦੇ ਦੀ ਸੋਚ ਹੈ ਇਹ ਕਿ ਚਲੋ ਜੀ ਪਹਿਲਾਂ ਮੈਂ ਆਪਦੇ ਬੱਚੇ ਸੈੱਟ ਕਰ ਲਾਂ, ਮੇਰਾ ਬੇਟਾ ਅਫਸਰ ਬਣ ਗਿਆ, ਮੇਰੀ ਕੁੜੀ ਪੜ੍ਹ ਗਈ, ਤਾਂ ਉਹ ਤੋਂ ਬਾਅਦ ਕਦੇ ਮੌਕਾ ਦਿੱਤਾ ਜ਼ਿੰਦਗੀ ਨੇ ਫਿਰ ਚੈਰਿਟੀ ਲਈ। ਲੇਕਿਨ ਤੁਸੀਂ ਜ਼ਿੰਦਗੀ ਬਸਰ ਕਰਦਿਆਂ ਇੱਕਦਮ ਇਹ ਜਿਹੜੀ ਮੋਟੀਵੇਸ਼ਨ ਹੈ ਇਹ ਕਿੱਥੋਂ ਆਈ? ਕੋਈ ਕਈ ਵਾਰ ਕੋਈ ਪਲ ਹੁੰਦਾ ਮਿਸਟਰ ਕੋਹਲੀ ਕਿ ਜਦੋਂ ਤੁਹਾਡੀ ਜ਼ਿੰਦਗੀ ਦਾ ਕੋਈ ਇਹੋ ਜਿਹਾ ਮੂਮੈਂਟ ਕਿ ਜਦੋਂ ਇਹ ਜ਼ਿੰਦਗੀ ਬਦਲ ਜਾਏ, ਉਹ ਕੁਝ ਦੱਸਣਾ ਚਾਹੋਗੇ? ਹਾਂਜੀ, ਮੈਂ ਮੁਲਾਜ਼ਮ ਰਿਹਾ ਕਰੀਬਨ 35-40 ਸਾਲ ਬੈਂਕ ਦਾ ਔਰ ਮੇਰੀ ਬੰਬੇ ਦੇ ਇਰਦ ਗਿਰਦ ਦੀ ਪੋਸਟਿੰਗ ਰਹੀ ਹੈ। ਪਰ 1982-83 ਦੇ ਆਸ-ਪਾਸ ਦੀ ਗੱਲ ਹੈ, ਮੈਂ ਟਰੈਵਲ ਕਰ ਰਿਹਾ ਸੀ ਆਪਣੇ ਆਫਿਸ ਵਾਸਤੇ ਸਟੇਸ਼ਨ ਤੇ ਮੈਨੂੰ ਇੱਕ ਰੇਲਵੇ ਟਰੈਕ ਤੇ ਨਾ ਇੱਕ ਪੈਨਸਿਲ ਫੁੱਲ ਸਾਈਜ਼ ਦੀ ਉਹ ਨਜ਼ਰ ਆਈ ਤੇ ਟ੍ਰੇਨ ਨੂੰ ਆਉਣ ਵਾਸਤੇ ਜੇ ਬੜਾ ਟਾਈਮ ਸੀਗਾ ਤਾਂ ਮੈਂ ਟਰੈਕ 'ਚ ਉਤਰ ਕੇ ਉਹ ਪੈਨਸਿਲ ਚਾਹ ਲਈ। ਨਵੀਂ ਸਾਈ ਪੈਨਸਿਲ ਨਵੀਂ ਸੀਗੀ। ਜਦੋਂ ਮੈਂ ਇਸ ਪਲੇਟਫਾਰਮ ਤੇ ਵਾਪਸ ਆਇਆ ਉਹ ਪੈਨਸਿਲ ਲੈ ਕੇ, ਤੇ ਇੱਕ ਬੱਚਾ
ਬੜਾ ਜਿਹਾ ਗਰੀਬੀ ਦੀ ਹਾਲਤ ਵਿੱਚ, ਔਰ ਅੰਦਾਜ਼ੇ ਨਾਲ 8-10 ਸਾਲ ਦੀ ਉਮਰ ਹੋਣੀ, ਕੱਪੜੇ ਉਹਦੇ ਫੱਟੇ ਮੈਲੇ ਜੇ। ਉਹਨੇ ਮੇਰੀ ਪੈਂਟ ਖਿੱਚ ਕੇ ਨਾ ਮੈਨੂੰ ਰਿਕੁਐਸਟ ਕੀਤੀ ਕਿ ਉਹ ਪੈਨਸਿਲ ਉਹਨੂੰ ਦੇ। ਮੈਂ ਸੋਚਿਆ ਮੈਂ ਵੀ ਉਹਨੂੰ ਤਾਂ ਲੱਭੀ ਆ, ਕਿਸੇ ਭੱਲੇ ਵਾਸਤੇ ਕੰਮ ਆ ਰਹੀ ਹੈ, ਤਾਂ ਮੈਂ ਉਹਨੂੰ ਦੇ ਦਿੱਤੇ। ਉਹਨੇ ਉਸੇ ਵੇਲੇ ਪਲੇਟਫਾਰਮ ਤੋਂ ਇੱਕ ਕਾਗਜ਼ 'ਚ ਆਇਆ ਤੇ ਉਸੇ ਪੈਨਸਿਲ ਨਾਲ ਉਹਨੇ ਸਕ੍ਰਿਬਲ ਕਰਨ ਲੱਗ ਗਿਆ, ਝਰੀਟਾਂ ਪਾਉਣ ਲੱਗਿਆ। ਪੜ੍ਹਾਈ ਲਿਖਾਈ ਤੇ ਆਉਂਦੀ ਨਹੀਂ ਸੀ, ਤੇ ਮੇਰੇ ਮਨ ਵਿੱਚ ਇੱਕ ਦਇਆ ਭਾਵਨਾ ਜਾਗੀ ਕਿ ਰੋਡ ਤੋਂ ਲੱਭੀ ਇੱਕ ਚੀਜ਼ ਵਾਸਤੇ ਵੀ ਇੱਕ ਬੱਚਾ ਤਰਸ ਰਿਹਾ ਹੈ, ਤੇ ਕਿਸੇ ਦੀ ਲੋੜ, ਕਿਸੇ ਦੀ ਜ਼ਰੂਰਤ ਪੂਰੀ ਹੋ ਸਕਦੀ ਹੈ ਕਿਸੇ ਦੇ ਵੇਸਟ ਤੋਂ, ਭਾਵੇਂ ਉਹ ਵੇਸਟ ਨਹੀਂ ਹੋਣੀ, ਕਿਸੇ ਦੇ ਗਿਰ ਗਈ ਹੋਣੀ, ਪਰ ਐ ਮਹਿਸੂਸ ਹੋਇਆ ਕਿ ਕਿਸੇ ਦੀ ਵੇਸਟ ਜਾਂ ਅਨਯੂਟਿਲਾਈਜ਼ ਚੀਜ਼ ਕਿਸੇ ਵਾਸਤੇ ਇੱਕ ਬੜੀ ਇੰਪੋਰਟੈਂਟ ਚੀਜ਼ ਹੋ ਸਕਦੀ ਹੈ। ਤੇ ਮੈਂ ਉਸ ਤੋਂ ਬਾਅਦ ਇੱਕ ਮਿਸ਼ਨ ਬਣਾ ਲਿਆ ਆਪਣਾ ਕਿ ਮੈਂ ਕੋਈ ਵੀ ਪੁਰਾਣੀ ਚੀਜ਼ ਛੱਡਣੀ ਨਹੀਂ, ਭਾਵੇਂ ਉਹ ਰੀਡਿੰਗ ਮਟੀਰੀਅਲਸ ਹੈ, ਸਟੇਸ਼ਨਰੀ ਆਈਟਮਸ ਹਨ, ਕੱਪੜੇ ਹੈ, ਕਿਤਾਬਾਂ ਹੈ, ਨੋਟਬੁੱਕਸ ਹੈ, ਪੁਰਾਣੀਆਂ ਦਵਾਈਆਂ, ਉਹ ਵੀ ਇਕੱਠੀਆਂ ਕਰ ਲਈਦਾ। ਹੁਣ ਤੁਸੀਂ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਅੱਜ ਬਿਨਾਂ ਆਪਣੀ ਤਿਆਰੀ ਦੇ ਘਰ ਜਾਓ ਔਰ ਆਪਣੇ ਵਾਰਡਰੋਬ ਡਰਾਅਰ ਖੋਲ ਕੇ ਦੇਖੋ ਤੇ ਤੁਹਾਡੇ ਕੋਲ ਐਸੇ ਅਣਗਿਣਤ ਦਵਾਈਆਂ ਪਈਆਂ ਹੋਣਗੀਆਂ ਜਿਹੜੀਆਂ ਤੁਸੀਂ ਯੂਟਿਲਾਈਜ਼ ਨਹੀਂ ਕੀਤੀਆਂ ਹੋਣੀਆਂ, ਜਾਂ ਕਈ ਸਾਲ ਮਹੀਨਿਆਂ ਤੋਂ ਪਈਆਂ ਹੋਣੀਆਂ ਤੁਹਾਡੇ ਕੋਲ। ਤੁਹਾਡੇ ਵਾਸਤੇ ਇੱਕ ਕਰੋਸਿਨ ਦੀ ਕੀਮਤ ਭਾਵੇਂ 1 ਰੁਪਇਆ ਹੈ, ਪਰ ਮੇਰੇ ਵਾਸਤੇ ਉਹ ਇੱਕ ਜ਼ਿੰਦਗੀ ਹੈ। ਤੇ ਮੈਂ ਉਹ ਪੁਰਾਣੀਆਂ ਦਵਾਈਆਂ ਇਕੱਠੀਆਂ ਕਰਨਾ ਸ਼ੁਰੂ ਕੀਤੀਆਂ, ਅਲੱਗ-ਅਲੱਗ ਠਿਕਾਣਿਆਂ ਤੇ, ਅਲੱਗ-ਅਲੱਗ ਜੰਕਸ਼ਨਸ ਤੇ, ਮੇਰੇ ਬੈਂਕ ਦੇ ਬ੍ਰਾਂਚਾਂ 'ਚ, ਔਰ ਦਵਾਈਆਂ ਇਕੱਠੀਆਂ ਕਰਕੇ ਹਰ ਮਹੀਨੇ 2 ਮਹੀਨੇ ਜਿਸ ਤਰ੍ਹਾਂ ਟਾਈਮ ਮਿਲਦਾ ਸੀ ਉਹ ਇਕੱਠੀਆਂ ਕਰਕੇ। ਤੁਸੀਂ ਸੁਣ ਰਹੇ ਹੋ ਰੇਡੀਓ ਪੰਜਾਬ ਹਰਸ਼ਰਨ ਕੌਰ ਧਾਲੀਵਾਲ ਦੇ ਨਾਲ, ਤੇ ਫੇਸਬੁੱਕ ਤੇ ਤੁਸੀਂ ਲਾਈਵ ਦੇਖ ਵੀ ਰਹੇ ਹੋ ਮੇਰੇ ਨਾਲ ਮਿਸਟਰ ਭੁਪਿੰਦਰ ਸਿੰਘ ਕੋਹਲੀ। ਔਰ ਬਹੁਤ ਅਕਸਰ ਜਿਹੜੀ ਗੱਲ ਕਹੀ ਜਾਂਦੀ ਹੈ ਉਹ ਇਹ ਹੁੰਦੀ ਹੈ ਕਿ ਜਦੋਂ ਸੇਵਾ ਕਰਨ ਦਾ ਜਾਂ ਕਿਸੇ ਦੀ ਮਦਦ ਕਰਨ ਦਾ, ਕਿਸੇ ਦੁਖੀ ਦਰਦੀ ਦਾ ਦਰਦ ਵੰਡਾਉਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਕਹਿੰਦੇ ਵੀ ਸਾਡੇ ਕੋਲ ਤਾਂ ਅਸੀਂ ਆਪਣੇ ਜੋਗਾ, ਅਸੀਂ ਦੂਸਰਿਆਂ ਲਈ ਕੀ ਕਰ ਸਕਦੇ ਹਾਂ। ਪਰ ਜਿਹੜਾ ਕੁਝ ਮਿਸਟਰ ਕੋਹਲੀ ਕਰ ਰਹੇ ਨੇ ਬਹੁਤ ਹੀ ਅਨੋਖਾ ਇੱਕ ਤਰੀਕਾ, ਸੱਚੀ ਮੁੱਚੀ ਜਿਹੜੀ ਚੀਜ਼ ਇੱਕ ਬੰਦੇ ਵਾਸਤੇ ਬੇਕਾਰ ਹੋਵੇ ਦੂਜੇ ਵਾਸਤੇ ਕਿੰਨੀ ਕੰਮ ਦੀ ਹੋ ਸਕਦੀ ਹੈ। ਸੋ ਮਿਸਟਰ ਕੋਹਲੀ, ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਸਵਾਗਤ ਹੈ ਜੀ। ਤੁਸੀਂ ਗੱਲ ਕਰ ਰਹੇ ਸੀ ਕਿ ਤੁਸੀਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ, ਪੁਰਾਣੀਆਂ ਦਵਾਈਆਂ ਨੇ, ਉਹ ਸੋਚਿਆ ਕਿ ਉਹ ਵੀ ਕੰਮ ਆ ਸਕਦੀਆਂ ਨੇ। ਵਾਕਈ ਇੱਕ ਆਪਣੇ ਆਪ 'ਚ ਕਾਫੀ ਅਨੋਖੀ ਗੱਲ ਹੈ ਇਹ। ਇਹਨੂੰ ਤੁਸੀਂ ਪਲੀਜ਼ ਐਕਸਪਲੇਨ ਕਰੋਗੇ ਕਿ ਕਿੱਦਾਂ ਤੁਸੀਂ ਫਿਰ ਉਹ ਇਕੱਠਾ ਕਰਨਾ ਸ਼ੁਰੂ ਕੀਤਾ ਔਰ ਕਿੱਦਾਂ ਯੂਜ਼ ਕਰਨ ਲਈ ਬਣਾਇਆ? ਜਿਹੜੀਆਂ ਦਵਾਈਆਂ ਦਾ ਗੱਲ ਹੈ ਉਹ ਵੱਖ-ਵੱਖ ਠਿਕਾਣਿਆਂ ਤੇ ਬਕਸੇ ਰੱਖੇ ਹੈ, ਉੱਤੇ ਲਿਖਿਆ ਹੈ ਅਨਯੂਜ਼ਡ ਅਨਐਕਸਪਾਇਰਡ ਮੈਡੀਸਿਨਸ ਟੂ ਬੀ ਡ੍ਰੌਪਡ ਇਨ ਦਿਸ ਬਾਕਸ, ਜਿਹਦੇ 'ਚ ਬੋਟਲਾਂ ਨਹੀਂ, ਨਾਟ ਫॉर ਦ ਬੋਟਲਸ, ਓਨਲੀ ਦ ਸਟ੍ਰਿਪਸ ਐਂਡ ਦ ਟੈਬਲੇਟਸ। ਹੁਣ ਉਹ ਜਦੋਂ 2 ਮਹੀਨੇ ਜਦੋਂ ਸਮਾਂ ਮਿਲਦਾ ਉਹਨੂੰ ਕਲੈਕਟ ਕਰਕੇ ਉਹ ਇੱਕ ਬੋਰੀ 2 ਬੋਰੀਆਂ ਇਕੱਠੀਆਂ ਹੋ ਜਾਂਦੀਆਂ। ਹੁਣ ਉਹਨੂੰ ਸੌਰਟਿੰਗ ਕਰਨਾ, ਅਲਫਾਬੈਟਿਕਲੀ ਸੌਰਟ ਕਰਨਾ ਹੈ, ਐਕਸਪਾਇਰੀ ਹੈ ਕਿ ਨਹੀਂ ਉਹ ਸੁੱਟਣੀ ਹੈ, ਖਰਾਬ ਹਨ ਕਿ ਨਹੀਂ ਦੇਖਣੀ ਹੈ, ਇਹ ਸਾਰਾ ਕੰਮ ਹੈ ਨਾ, ਤੇ ਮੈਂ ਇਕੱਲਾ ਤਾਂ ਨਹੀਂ ਕਰ ਸਕਦਾ। ਇਸ ਕਰਕੇ ਮੈਂ ਉਹਨੂੰ ਨਾ ਬਿਰਧ ਘਰ ਲੈ ਜਾਂਦਾ, ਓਲਡ ਏਜ ਹੋਮ ਵਿੱਚ। ਉੱਥੇ 84 ਦੇ ਆਸ-ਪਾਸ ਬਿਰਧ ਹਨ, 35-40 ਲੇਡੀਜ਼ ਹਨ ਤੇ 35-40 ਜੈਂਟਸ ਹਨ, ਸਾਰੇ 80 ਸਾਲ ਦੇ ਆਸ-ਪਾਸ ਦੀ ਉਮਰ ਦੇ, ਪਰ ਪੜ੍ਹੇ ਲਿਖੇ ਬਹੁਤ ਦੇ ਵਿੱਚੋਂ ਪੜ੍ਹੇ ਲਿਖੇ, ਸਾਰੇ ਨਹੀਂ, ਕੋਈ ਉਹ ਮੈਂ ਫਿਰ ਦਵਾਈਆਂ ਉਹਨਾਂ ਨੂੰ ਜਾ ਕੇ ਦੇ ਦੇਈਦਾ ਔਰ ਉਹਨਾਂ ਨੂੰ ਸਮਝਾਤਾ ਵੀ ਇਸ ਦੇ ਵਿੱਚ ਮੈਨੂੰ ਸੌਰਟਿੰਗ ਕਰਨੀ ਹੈ। ਔਰ ਉੱਥੇ ਮੈਂ ਰੈਗੂਲਰ ਜਾਂਦਾ ਰਹਿੰਦਾ ਬਿਰਧ ਘਰ, ਤੇ ਇਸ ਕਰਕੇ ਹਰ ਬੰਦਾ ਮੈਨੂੰ ਨੋਨ ਹੈ। ਉਹ ਬੜੇ ਖੁਸ਼ ਹੁੰਦੇ ਹੈ। ਇੱਕ ਤੇ ਉਹ ਵਿਹਲੇ ਬੈਠੇ ਹੈ, ਉਹਨਾਂ ਨੂੰ ਕੋਈ ਕੰਮ ਨਹੀਂ ਹੁੰਦਾ, ਸਾਰਾ ਦਿਨ ਗੌਸਿਪਿੰਗ ਚੱਲਦਾ ਰਹਿੰਦਾ, ਤੇ ਉਹਨਾਂ ਨੂੰ ਇੱਕ ਸੇਵਾ ਮਿਲ ਗਈ, ਕੰਮ ਮਿਲ ਗਿਆ, ਬਿਜ਼ੀ ਹੋ ਗਏ, ਬੜੀ ਖੁਸ਼ੀ ਨਾਲ ਉਹ ਸੌਰਟਿੰਗ ਕਰਨਾ ਸ਼ੁਰੂ ਕਰਦੇ ਹੈ ਅਲਫਾਬੈਟਿਕਲੀ। ਔਰ ਘੰਟੇ 2 ਘੰਟਿਆਂ ਦੇ ਵਿੱਚ ਹੀ ਨਾ ਮੈਨੂੰ ਉਹ 2 ਬੋਰੀਆਂ ਜਿੰਨਾ ਵੀ ਕਲੈਕਟ ਹੁੰਦਾ 26 ਅਲਫਾਬੈਟ ਦੇ ਹਿਸਾਬ ਤੇ ਬਣਾ ਕੇ ਲਿਸਟ ਤਿਆਰ ਕਰਕੇ ਮੈਨੂੰ ਕਾਗਜ਼ ਤੇ ਮੈਨੂੰ ਦੇ ਦਿੰਦੇ ਆ ਵੀ ਫਲਾਣੇ ਬੈਗ ਵਿੱਚ ਫਲਾਣੇ ਨਾਂ ਦੀ ਗੋਲੀ ਹੈ, ਫਲਾਣੇ ਬੈਗ ਵਿੱਚ ਫਲਾਣੇ ਨਾਂ ਦੀ ਗੋਲੀ ਹੈ। I get 26 bags with list within some 2 or 3 hours.
ਹੁਣ ਉਹ ਦਵਾਈਆਂ ਫਿਰ ਯੂਜ਼ ਕਿੱਥੇ ਕਰਨੀਆਂ? ਇੱਕ ਤੇ ਉੱਥੇ ਹੀ ਡਿਸਪੈਂਸਰੀ ਹੈ ਬਿਰਧ ਘਰ ਵਿੱਚ ਹੀ, ਰੋਟੇਸ਼ਨ ਵਾਈਜ਼ ਕਦੇ ਇੱਕ ਬਿਰਧ ਘਰ ਛੱਡ ਦਈਦਾ, ਇੱਕ ਲੈਪਰਸੀ ਹੋਮ ਹੈ, ਦੋ ਟਰਾਈਬਲ ਜਗ੍ਹਾ ਤੇ ਡਿਸਪੈਂਸਰੀਆਂ ਚੱਲਦੀਆਂ। ਇਹ ਦਵਾਈਆਂ ਵਾਰੋ ਵਾਰੀ ਸਿਰ ਉੱਥੇ ਤੱਕ ਪਹੁੰਚਾਈਆਂ ਜਾਂਦੀਆਂ ਹਨ, ਲਿਸਟ ਡਾਕਟਰ ਨੂੰ ਦੇ ਦਿੱਤੀ ਜਾਂਦੀ ਹੈ, ਇਹ ਕਹਿ ਕੇ ਕਿ ਵੀ ਇਹ ਫਲਾਣੀ ਬੈਗ ਵਿੱਚ ਫਲਾਣੀ ਦਵਾਈ ਹੈ, ਉਹਦੇ ਵਾਸਤੇ ਰੈਡੀਮੇਡ ਇੱਕ ਲਿਸਟ ਤਿਆਰ ਹੁੰਦੀ ਹੈ ਔਰ ਉਹ ਦਵਾਈਆਂ ਨੂੰ ਯੂਟਿਲਾਈਜ਼ ਕਰ ਲੈਂਦੇ। ਕਿਊਰੀਓਸਿਟੀ ਰਹੀ ਇੱਕ ਵਾਰੀ, ਅਫਕੋਰਸ ਵੈਲਿਊ ਨਹੀਂ ਦੇਖੀ ਜਾਂਦੀ ਕਿਸੇ ਦੀ ਸੇਵਾ ਭਾਵਨਾ ਦੀ, ਪਰ ਜਸਟ ਫॉर ਅ ਕਿਊਰੀਓਸਿਟੀ ਵਾਂਸ ਇਨ ਅ ਵਾਈਲ ਮੈਂ ਸੋਚਿਆ ਤੇ ਕਰਾਂ ਕਿ ਵੀ ਇਹ ਦਵਾਈਆਂ ਦੀ ਕਾਸਟ ਕਿੰਨੀ ਹੈ, ਕਿਉਂਕਿ ਹਰ ਸਟ੍ਰਿਪ ਦੇ ਉੱਤੇ ਦਵਾਈਆਂ ਦਾ ਨਾਂ ਤੇ ਔਰ ਮੈਂ MRP ਲਿਖਿਆ ਹੁੰਦਾ ਹੈ। ਇੱਕ ਟੈਂਟੇਟਿਵਲੀ ਮੈਂ ਉਹਦੀ ਕਾਸਟਿੰਗ ਕੱਢੀ, ਜਿਹੜੀ ਕਰੀਬਨ 1.5-2 ਮਹੀਨੇ ਦੇ ਆਸ-ਪਾਸ ਦੀ ਕਲੈਕਸ਼ਨ ਹੋਣੀ, and I was surprised to know it was about 50,000 rupees that time। ਮੈਂ ਸੋਚਿਆ ਕਿ 50,000 ਰੁਪਇਆ ਮਹੀਨਾ ਤੇ ਮੈਂ ਇਸ ਤਰ੍ਹਾਂ ਹੀ ਕਮਾ ਲਿਆ ਗੁਰਵੇਸ਼ ਤੋਂ। ਇਹ ਹੋ ਗਿਆ ਦਵਾਈਆਂ ਦਾ ਕੰਮ। ਦੂਸਰਾ ਹੁੰਦਾ ਹੈ ਕਿ ਵੀ ਐਨੂਅਲੀ ਬੱਚਿਆਂ ਦੇ ਜਦੋਂ ਸੈਮੈਸਟਰ ਖਤਮ ਹੁੰਦੇ ਆ, ਇੱਥੇ ਬੰਬੇ ਦੇ ਵਿੱਚ ਮਾਰਚ ਅਪ੍ਰੈਲ ਦੇ ਵਿੱਚ ਐਗਜ਼ਾਮ ਹੋ ਜਾਂਦੇ ਆ, ਮੈਂ ਕਈ ਸਕੂਲਾਂ ਨਾਲ ਸੰਪਰਕ ਰੱਖਿਆ ਹੋਇਆ ਔਰ ਉੱਥੇ ਕਹਿ ਕੇ ਰੱਖਿਆ ਹੋਇਆ ਕਿ ਵੀ ਤੁਸੀਂ ਆਪਣੇ ਬੱਚਿਆਂ ਨੂੰ ਜਿਹੜੀ ਨੋਟਬੁੱਕ ਪੇਜਸ ਹਨ, ਜਿਹੜੇ ਅਨਯੂਜ਼ਡ ਹਨ, ਬਲੈਂਕ ਪੇਜਸ ਹਨ, ਇਰਰਿਸਪੈਕਟਿਵ ਉਹ ਡਬਲ ਲਾਈਨ, ਸਿੰਬਲ ਲਾਈਨ, ਕ੍ਰਾਸ ਵਾਲੇ, ਖਾਨੇ ਵਾਲੇ, ਆਈ ਡੋਂਟ ਮਾਈਂਡ, ਉਹ ਸਾਰੀਆਂ ਨੋਟਬੁੱਕ ਦੇ ਪੇਜਸ ਕੱਟ ਕੇ ਨਾ ਤੁਸੀਂ ਮੈਨੂੰ ਦਿੱਤੇ ਜਾਣ, ਔਰ ਉਹ ਹੀ ਬੁੱਕ ਜਿੰਨੇ ਪੇਜਸ ਇਕੱਠੇ ਹੁੰਦੇ ਆ ਐਨ ਐਵਰੇਜ ਵਾਈਜ਼ ਇੱਕ ਸਕੂਲ ਦੇ ਵਿੱਚੋਂ ਹੀ ਕਰੀਬਨ 2-2.5 ਹਜ਼ਾਰ ਪੇਜਸ ਇਕੱਠੇ ਹੋ ਜਾਂਦੇ ਆ ਮਹੀਨੇ ਦਾ, ਉਥੇ ਪੂਰੇ ਸਾਲ ਦਾ 8-10 ਹਜ਼ਾਰ ਪੇਜਸ ਇਕੱਠੇ ਹੋ ਜਾਂਦੇ ਆ। ਇੱਕ ਬਾਈਂਡਰ ਹੈ ਜਿਹਨੂੰ ਉਸ ਵੇਲੇ ਉਸ ਜ਼ਮਾਨੇ 'ਚ 400 ਰੁਪਇਆ ਪੂਰੇ ਦਿਨ ਦਾ ਦਿੰਦਾ ਸੀ ਮੈਂ, 400 ਰੁਪਏ 'ਚ ਉਹ ਮੇਰੇ ਨਾਲ ਜਾਂਦਾ ਸੀ, ਉਸ ਸਕੂਲ ਵਿੱਚ ਬਹਿ ਕੇ ਉਹ ਬਾਈਂਡ ਕਰਦਾ ਸੀ ਔਰ 150 ਬੁੱਕਾਂ ਉਸੇ ਵੇਲੇ ਦਿਨ ਵਿੱਚ ਬੜਾ ਬਾਈਂਡ ਕਰਕੇ ਨਾ ਉਸ ਉਧਰ ਦੇ ਬੱਚੇ ਜਿਹੜੇ ਲੋੜਵੰਦ ਹੁੰਦੇ ਨੇ ਉਹਨਾਂ ਨੂੰ ਵੰਡ ਦੇਣੀ। ਬਾਈਂਡਰ ਦੀ ਵੀ ਕਮਾਈ ਹੋ ਗਈ, ਉਹਨੂੰ ਵੀ ਰੋਜੀ ਮਿਲ ਗਈ, ਕਿਸੇ ਦੀ ਵੇਸਟ ਦੇ ਨਾਲ ਨੋਟਬੁੱਕ ਬਣ ਗਈਆਂ। ਹੁਣ ਇਮੈਜਿਨ ਕਰੋ ਇੱਕ ਨੋਟਬੁੱਕ ਅੰਦਾਜ਼ੇ ਨਾਲ 8-10 ਰੁਪਏ ਉਸ ਟਾਈਮ ਤੇ ਹੋਣੀ ਹੈ, ਤੇ ਅਗਰ 1000-1500 ਨੋਟਬੁੱਕ ਹੋਈਆਂ ਤੇ 15-20 ਹਜ਼ਾਰ ਰੁਪਇਆ ਵੇਸਟ ਤੋਂ ਇਕੱਠਾ ਹੋ ਜਾਂਦਾ। ਦੈਨ ਪੁਰਾਣੇ ਕੱਪੜੇ ਇਕੱਠੇ ਕਰੀਦਾ ਜਿਹੜੇ ਕੁਆਲਿਟੀ ਵਾਈਜ਼ ਵੇਅਰੇਬਲ, ਨਾਟ ਫਟੇ ਹੋਣ, ਡਿਸਕਾਰਡਡ ਹੋਣ, ਐ ਨਹੀਂ, ਬੱਚਿਆਂ ਦੇ ਇਹ ਸਾਰੇ ਕੱਪੜੇ ਇਕੱਠੇ ਕਰਕੇ ਨਾ ਮੇਰੇ ਮਾਤਾ ਜੀ ਔਰ ਉਹਨਾਂ ਦਾ ਗਰੁੱਪ ਹੈ, ਉਹ ਸਾਰੇ ਕੱਪੜੇ ਨੂੰ ਧੋਂਦੇ ਆ। ਮਾਈ ਮਦਰ ਇਜ਼ ਨਾਓ 93, ਉਹਨਾਂ ਦਾ ਆਪਣਾ 13-14 ਲੇਡੀਜ਼ ਦਾ ਗਰੁੱਪ ਹੈ ਔਰ ਉਹ ਕੱਪੜੇ ਮਹੀਨੇ 15 ਦਿਨਾਂ 'ਚ, ਨਾਟ ਡੇਲੀ, ਉਹ ਕੱਪੜੇ ਇਕੱਠੇ ਕਰਕੇ ਉਹਨਾਂ ਨੂੰ ਧੋਂਦੇ ਨੇ, ਉਹਨਾਂ ਨੂੰ ਪ੍ਰੈਸ ਕਰਕੇ ਜਿਹੜੇ ਮਾਈਨਰ ਅਗਰ ਰਿਪੇਅਰਿੰਗ ਹੈ ਤੇ ਉਹਨੂੰ ਰਿਪੇਅਰਿੰਗ ਕਰਕੇ ਉਹਨਾਂ ਨੂੰ ਸੌਰਟ ਕਰਕੇ ਦਿੰਦੇ ਨੇ, ਜੈਂਟਸ, ਲੇਡੀਜ਼ ਐਂਡ ਚਿਲਡਰਨਸ। These are given to the underprivileged homes like orphanage home, leprosy home, old age home and widows home, ਉੱਥੇ ਦੇ ਦੇਗਾ। ਸੋ ਇਹ ਸਾਰਿਆਂ ਵਾਸਤੇ ਨਾ ਮੇਰੀ ਕਾਸਟਿੰਗ ਕੁਛ ਨਹੀਂ ਲੱਗੀ। ਵਟ ਲੱਗਿਆ ਕਿ ਇਟ ਇਜ਼ ਜਸਟ ਐਨ ਐਫਰਟ ਐਂਡ ਪੈਸ਼ਨ। ਤੇ ਮੈਂ ਪੁਰਾਣੀਆਂ ਚੀਜ਼ਾਂ ਇਕੱਠਾ ਕਰਦਾ ਸੀ ਤੇ ਮੈਨੂੰ ਕਈ ਵਾਰੀ ਮੇਰੀ ਵਾਈਫ ਮੈਨੂੰ ਕਹਿੰਦਾ ਸੀ ਤੂੰ ਭੰਗਾਰ ਵਾਲਾ ਭੰਗਾਰ ਇਕੱਠੀ ਕਰੀ ਜਾਂਦਾ, ਪਰ ਮੈਂ ਸੋਚਦਾ ਸੀ ਮੈਨੂੰ ਭੰਗਾਰ ਦੇ ਵਿੱਚੋਂ ਹੀ ਸੋਨਾ ਲੱਭਦਾ ਔਰ ਉਹ ਸੋਨਾ ਵੀ ਉਹਨਾਂ ਵਾਸਤੇ ਜਿਨ੍ਹਾਂ ਨੂੰ ਲੋੜ ਹੈ, ਹੂ ਆਰ ਡਿਬਾਰਡ, ਮਤਲਬ ਜਿਨ੍ਹਾਂ ਕੋਲ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਹੈ, ਉਹਨਾਂ ਤੋਂ ਸਹੂਲੀਅਤ ਹੋ ਜਾਂਦੀ। ਇਹ ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰਨ ਦਾ ਮੇਰਾ ਸ਼ੌਂਕ 82-83 ਉਸ ਪੀਰੀਅਡ ਤੋਂ ਹੀ ਚਾਲੂ ਹੈ। ਹਾਂਜੀ, ਤੁਸੀਂ ਯਾਦ ਕਰਾਇਆ ਤਾਂ ਦਿਮਾਗ 'ਚ ਆਇਆ ਕਿ ਕਿੰਨੀਆਂ ਸਾਰੀਆਂ ਕਾਪੀਆਂ ਹੁੰਦੀਆਂ ਨੇ ਬੱਚਿਆਂ ਦੀ ਜਿਹੜੀਆਂ ਕਿ ਬਿਲਕੁਲ ਆਲਮੋਸਟ ਖਾਲੀ ਹੁੰਦੀਆਂ ਨੇ, ਥੋੜ੍ਹੇ ਪੇਜ ਭਰੇ ਹੁੰਦੇ ਨੇ, ਉਹ ਥਰੋ ਕਰ ਦੇਣੀਆਂ, ਐਵੇਂ ਹੀ ਸਿੱਟ ਦੇਣੀਆਂ, ਔਰ ਉਹਨੂੰ ਅਸੀਂ ਇਸਤੇਮਾਲ ਕਰ ਸਕਦੇ ਹਾਂ ਵਾਕਈ ਕਿਸੇ ਜ਼ਰੂਰਤਮੰਦ ਦੇ ਕੰਮ, ਜਿਹੜੇ ਬੱਚੇ ਅਫੋਰਡ ਹੀ ਨਹੀਂ ਕਰ ਸਕਦੇ, ਨੀਡੀ ਜਿਹੜੇ ਲੋਕ ਹੈਗੇ ਆ। ਬਹੁਤ ਹੀ ਖੂਬਸੂਰਤ ਇਹ ਕੰਮ ਤੁਸੀਂ ਕਰ ਰਹੇ ਹੋ ਔਰ ਆਈ ਰੀਅਲੀ ਐਪਰੀਸ਼ੀਏਟ। ਔਰ ਜਿੱਦਾਂ ਦਾ ਤੁਸੀਂ ਕੰਮ ਕਰ ਰਹੇ ਹੋ, ਮੈਂ ਅਕਸਰ ਹੁਣੇ ਕਹਿ ਕੇ ਹਟੀ ਹਾਂ ਕਿ ਅਕਸਰ ਕੀ ਹੁੰਦਾ ਹੈ, ਆਪਾਂ ਸੋਚਦੇ ਰਹਿੰਦੇ ਸਾਰੀ ਜ਼ਿੰਦਗੀ ਵੀ ਯਾਰ ਕਦੇ ਪੈਸੇ ਹੋਣਗੇ ਵੱਧ ਜੇ ਆਪਾਂ ਵੀ ਕਿਸੇ ਲਈ ਕੁਛ ਕਰਾਂਗੇ, ਚਲੋ ਜਦੋਂ ਕੋਈ ਥੋੜ੍ਹੇ ਜਿਹੇ ਵਿਹਲੇ ਹੋਏ, ਜਦੋਂ ਆਪਣੇ ਬੱਚੇ ਠੀਕ ਠਾਕ ਸੈੱਟ। ਪਰ ਤੁਸੀਂ ਇੱਕ ਆਮ ਜ਼ਿੰਦਗੀ ਜਿਉਂਦਿਆਂ ਜਿਹੜਾ ਇੱਕ ਇੰਨਾ ਕਮਿਊਨਿਟੀ ਲਈ ਸੇਵਾ ਕਰਨੀ ਔਰ ਇਹ ਨਹੀਂ ਦੇਖਣਾ ਕਿ ਕਿਹੜੀ ਜ਼ਾਤ ਦਾ ਕੌਣ ਹੈ, ਕਿਹੜੇ ਧਰਮ ਤੋਂ ਆਇਆ, ਕਿਹੜੇ ਰੰਗ ਦਾ ਹੈ। ਹਾਂਜੀ,
ਇੱਕ ਤੇਰੀ ਕਿਤਾਬ ਲਿਖੀ ਹੈ, ਉਹਦੇ 'ਚ ਇੱਕ ਆਰਟੀਕਲ ਹੈ, ਮੇਰੀ ਬੁੱਕ ਦਾ ਨਾਮ ਹੈ ਬਿਯੋਂਡ ਐਵਰੀਡੇ ਲਾਈਫ। ਉਹਦੇ 'ਚ ਇੱਕ ਕਿਤਾਬ ਇੱਕ ਆਰਟੀਕਲ ਹੈ ਜਿਹਦੇ 'ਚ ਨਾ ਸੇਵਾ ਦੇ ਉੱਤੇ ਇੱਕ ਲੇਖ ਹੈ। ਅਮੂਮਨ ਇੱਕ ਸ਼ਹਿਰ ਵਿੱਚ ਬੰਦੇ ਮੈਟਰੋਪੋਲੀਟਨ ਸਿਟੀ ਦੀ ਹਿਸਾਬ ਤੇ ਮੈਂ ਗੱਲ ਕਰ ਰਿਹਾ, ਆਈ ਐਮ ਨਾਟ ਟਾਕਿੰਗ ਅਬਾਊਟ ਇਨ ਅਦਰ ਸਮਾਲ ਪਲੇਸਸ ਔਰ ਬਿਗ ਕੰਟਰੀਜ਼। ਮੈਂ ਇੰਡੀਆ ਔਰ ਬੰਬੇ ਦੇ ਹਿਸਾਬ ਤੇ ਮੈਂ ਆਪਣੀ ਲਾਈਫ ਦੀ ਗੱਲ ਕਰ ਰਿਹਾ। ਇੱਕ ਅਮੂਮਨ ਇੱਕ ਬੰਦੇ ਨੂੰ ਕਹਿ ਦੋ ਨਾ ਕਿ ਵੀ ਸੇਵਾ ਦੀ ਗੱਲ ਕਰੀਏ ਆਪਾਂ, ਉਹ ਵੇਰੀਅਸ ਐਕਸਕਿਊਜ਼ਸ ਦੱਸਦਾ, ਉਹ ਰੀਜ਼ਨ ਕਹਿੰਦਾ, ਮੈਂ ਉਹਨੂੰ ਐਕਸਕਿਊਜ਼ ਕਹਿਣਾ। ਬਹੁਤ ਸਾਰੇ resisted ਹਨ, there are about 5 to 6. One is ਕਿ ਮੇਰੇ ਕੋਲ ਨਾ ਪੈਸਾ ਨਹੀਂ ਹੈ। ਮੈਨੂੰ ਹੁਣ ਤੁਹਾਡੇ ਸਾਹਮਣੇ ਮੈਂ ਜਿੰਨੇ ਐਗਜ਼ਾਮਪਲ ਦੱਸੇ ਹੈ, ਮੈਨੂੰ ਨਹੀਂ ਲੱਗਦਾ ਇਹਦੇ ਵਾਸਤੇ ਕੋਈ ਪੈਸੇ ਦੀ ਲੋੜ ਪੈਣੀ ਹੈ, ਐਕਸੈਪਟ ਟਰਾਂਸਪੋਰਟੇਸ਼ਨ ਬਸ, ਜਾਂ ਫਿਰ ਉਹ ਬਾਈਂਡਰ ਦੇ ਚਾਰਜਸ। ਦੈਟ ਟੂ ਉਹਨਾਂ ਤੇ ਗੁਰੂ ਨਾਨਕ ਨੇ ਸਾਨੂੰ ਪਹਿਲਾਂ ਹੀ ਕਹਿ ਕੇ ਰੱਖਿਆ ਕਿ ਦਸਵੰਧ ਕੱਢ ਕੇ ਰੱਖਣਾ ਹੈ। ਦਸਵੰਧ ਆਫ not the savings, ਦਸਵੰਧ ਆਫ the income. That doesn't means ਕਿ ਵੀ ਮੇਰੀ ਅਗਰ ਆਮਦਨ 100 ਰੁਪਇਆ ਹੈ ਤੇ 99 ਖਰਚਾ ਕਰਨ ਤੋਂ ਬਾਅਦ 1 ਰੁਪਏ ਦਾ ਮੈਂ ਦਸਵੰਧ ਕੱਢਾਂ, that is I don't agree. I say 10% of 100 rupees, that should be the share of for the charity. ਹੁਣ ਉਹ ਪਹਿਲਾਂ ਕਹਿੰਦਾ ਪੈਸਾ ਨਹੀਂ ਹੈ, ਤੁਹਾਡੇ ਸਾਹਮਣੇ ਮੈਂ ਮਲਟੀਪਲ ਐਗਜ਼ਾਮਪਲ ਦੇ ਦਿੱਤੇ ਜਿਹਦੇ ਵਾਸਤੇ ਪੈਸੇ ਦੀ ਲੋੜ ਹੀ ਨਹੀਂ। ਹੋਰ ਬੜੇ ਇਸ ਤਰ੍ਹਾਂ ਦੇ ਐਗਜ਼ਾਮਪਲ ਹਨ, ਜਿਸ ਤਰ੍ਹਾਂ ਬਿਰਧ ਘਰ ਜਾ ਕੇ ਦਿਨ ਤਿਉਹਾਰ ਮਨਾਣੇ, there are various ਗੁਰਪੁਰਬ ਮਨਾਣੇ, ਅਨਾਥ ਆਸ਼ਰਮ ਵਿੱਚ ਜਾ ਕੇ ਕੀਰਤਨ ਕਰਨਾ। ਹੁਣ ਮੇਰੇ ਵਾਸਤੇ ਮੇਰੇ ਮਦਰ ਦਾ ਗਰੁੱਪ ਲੈ ਜਾਂਦੇ, ਉੱਥੇ ਜਾ ਕੇ ਕੀਰਤਨ ਕਰਦੇ ਨੇ, ਕਦੀ ਕੋਈ ਦਿਨ ਤਿਉਹਾਰ ਗੁਰਪੁਰਬ ਹੋਇਆ ਤੇ। ਬਹੁਤ ਸਾਰੇ ਐਸੇ ਬੰਦੇ ਹਨ ਜਿਹੜੇ ਗੁਰਦੁਆਰੇ ਮੰਦਿਰ ਮਸਜਿਦ ਵਿੱਚ ਨਹੀਂ ਆ ਸਕਦੇ, ਦੂਰ ਹਨ, ਅਪਾਹਿਜ ਹਨ, ਬਿਮਾਰ ਹਨ, ਬਿਰਧ ਹਨ, ਕੋਈ ਸਾਧਨ ਨਹੀਂ ਆਉਣ ਦਾ। ਇਹਨਾਂ ਨੇ ਗੁਰਦੁਆਰਾ ਉੱਥੇ ਲੈ ਗਏ। ਇਟ ਇਜ਼ ਜਸਟ ਅ ਚੇਂਜ ਆਫ ਵੀਨੂ। ਇੱਥੇ ਜਿੱਥੇ 4 ਦੀਵਾਰਾਂ ਦਾ ਮਾਰਬਲ ਗ੍ਰੈਨਾਈਟ ਦਾ ਗੁਰਦੁਆਰਾ ਹੈ, ਉਹਦੇ ਬਦਲੇ ਜਾ ਕੇ ਬਿਰਧ ਘਰ ਜਾ ਕੇ ਅਨਾਥ ਆਸ਼ਰਮ ਜਾਂ ਕੋੜੀਆਂ ਦੇ ਆਸ਼ਰਮ ਵਿੱਚ ਜਾ ਕੇ ਕੀਰਤਨ ਕਰ ਲੈਣਾ, ਇੱਥੇ ਪੈਸਾ ਲੱਗਿਆ। ਵੈਲੈਂਟਾਈਨ ਡੇ ਜਾਂ ਕੋਈ ਹੋਰ ਦਿਨ ਤਿਉਹਾਰ ਮਨਾਣੇ, ਬਿਰਧ ਘਰਾਂ ਜਾ ਕੇ ਮਨਾ। ਮੈਨੂੰ ਬੜਾ ਇੱਕ ਅੱਛਾ ਇੱਕ ਐਕਟੀਵਿਟੀਜ਼ ਲੱਗੀ, ਵੈਲੈਂਟਾਈਨ ਡੇ ਮਨਾਣੇ। ਇੱਥੇ ਸਾਡੇ ਬੰਬੇ 'ਚ ਇੱਕ ਕ੍ਰਿਸਚਨ ਮਿਸ਼ਨਰੀਜ਼ ਵਾਲਿਆਂ ਦਾ ਨਾ ਇੱਕ 올ਡ ਏਜ ਹੋਮ ਹੈ, ਉਹ ਸਾਰੇ ਵੈਲੈਂਟਾਈਨ ਮਨਾਉਂਦੇ ਹੀ ਲੋਕ, ਭਾਵੇਂ ਸਾਨੂੰ ਇਸਦੀ ਕੋਈ ਅਹਿਮੀਅਤ ਨਹੀਂ ਹੈ, ਪਰ ਉਹਨਾਂ ਦਾ ਹੈ। ਅਸੀਂ ਉੱਥੇ ਚਲੇ ਗਏ ਗਰੁੱਪ ਲੈ ਕੇ, ਉੱਥੇ ਜਾ ਕੇ ਉਹਨਾਂ ਦੇ ਹਿਸਾਬ ਤੇ ਛੋਟੀ ਛੋਟੀ ਜਿਹੜੀਆਂ ਖਾਣ ਦੀ ਮਟੀਰੀਅਲ ਲੈ ਗਏ ਸੀ, ਵਿਚ ਵਾਸ ਕਾਸਟਿੰਗ ਨਾਟ ਮੋਰ ਦੈਨ 2000 ਰੁਪੀਸ। 1 ਘੰਟਾ ਉਹਨਾਂ ਵਿੱਚੋਂ ਜਿਹੜੇ ਜਿਹੜੇ ਬਜ਼ੁਰਗ ਦੀ ਆਪਣੀ ਆਪਣੀ ਪੈਸ਼ਨ ਹੈ, ਕਿਸੇ ਦਾ ਕੀ ਪੈਸ਼ਨ ਹੈ, ਕਿਸੇ ਦਾ ਕੀ ਪੈਸ਼ਨ ਹੈ, ਉਹਨਾਂ ਨੂੰ ਮਾਈਕ ਤੇ ਦੱਸਿਆ ਕਿ ਹੁਣ ਤੁਸੀਂ ਆ ਕੇ ਇੱਥੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰੋ। ਇੱਕ ਬੰਦੇ ਨੇ ਮਾਊਥ ਆਰਗਨ ਵਜਾਇਆ, ਔਰ ਮਾਊਥ ਆਰਗਨ ਵੀ ਪੁਰਾਣੇ ਗਾਣੇ। ਇੱਕ ਬਜ਼ੁਰਗ ਮਾਤਾ ਲੇਡੀ ਸੀ, ਉਹਨੂੰ ਡਾਂਸ ਦਾ ਬੜਾ ਸ਼ੌਕ ਸੀ, ਉਹ ਕਰੀਬਨ 35 ਮਿੰਟ ਦੇ ਡਾਂਸ ਹੀ ਕਰਦੀ ਰਹੀ। ਤੁਸੀਂ YouTube ਤੋਂ ਦੇਖਿਓ, ਮੇਰੇ ਨਾਲ ਡਾਂਸ ਕਰ ਰਹੀ ਹੈ ਕਮਰ ਚ ਹੱਥ ਪਾ ਕੇ, ਔਰ ਕਰੀਬਨ 80-85 ਸਾਲ ਦੀ ਹੋਣੀ। ਮੈਨੂੰ ਕਹਿੰਦੀ ਹੈ ਕਿ ਵੀ ਡੋਂਟ ਪ੍ਰਪੋਜ਼ ਮੀ ਇਫ ਆਈ ਐਮ ਡਾਂਸਿੰਗ ਵਿਦ ਯੂ, ਇਟ ਇਜ਼ ਮੈਂ ਸਿਰਫ ਡਾਂਸ ਕਰ ਰਹੀ ਹਾਂ, ਮੈਨੂੰ ਪ੍ਰਪੋਜ਼ ਨਾ ਕਰੀ। 80 ਸਾਲ ਦੀ 2 ਘੰਟੇ ਦਾ ਐਕਟੀਵਿਟੀਜ਼ ਰਹੀ ਐਂਡ ਕਾਸਟਿੰਗ ਅਬਾਊਟ 2000 ਰੁਪੀਜ਼। ਪਰ ਉਹ ਜਿਹੜੇ 50-60 ਬਜ਼ੁਰਗ ਸੀ, ਉਹਨਾਂ ਦੇ ਚਿਹਰੇ ਤੇ ਜਿਹੜੀ ਖੁਸ਼ੀ ਸੀ ਨਾ, ਦੀ ਕੋਈ ਕੀਮਤ ਨਹੀਂ ਸੀ। ਵਾਟ ਆਈ ਕਾਸਟ ਇਟ, ਮੇਰਾ ਐਫਰਟ ਵੀ ਨਹੀਂ ਲੱਗਿਆ। ਤੁਸੀਂ ਇੱਕ ਵੀਡੀਓ ਦੇਖਿਓ YouTube ਤੇ, ਜਿੱਥੇ ਬੱਚਿਆਂ ਦੇ ਬਿਰਧ ਅਨਾਥ ਆਸ਼ਰਮ ਦੇ ਵਿੱਚ ਕੀਰਤਨ ਕਰ ਰਹੇ, ਘਰੋਂ ਘਰੀ ਜਿੱਥੇ ਬਜ਼ੁਰਗ ਨਹੀਂ ਆ ਸਕਦੇ, ਉਹਨਾਂ ਦੇ ਘਰ ਜਾ ਕੇ ਵੀ ਕੀਰਤਨ ਕਰਨਾ। ਕੀਰਤਨ ਹੀ ਕਰਨਾ, ਗੁਰੂ ਨਾਨਕ ਨੇ ਕਹਿਤਾ ਸੀ ਘਰ ਘਰ ਅੰਦਰ ਧਰਮਸਾਲ। ਜੇ ਜ਼ਰੂਰੀ ਥੋੜੀ ਕਿ ਮਾਰਬਲ ਗ੍ਰੈਨਾਈਟ ਸੋਨੇ ਦੇ ਵਿੱਚ ਹੀ ਜਾ ਕੇ ਕੀਰਤਨ ਕਰਨਾ, ਉੱਥੇ ਵੀ ਜਿੱਥੇ ਜਿਹੜੇ ਬੰਦੇ ਨਹੀਂ ਆ ਸਕਦੇ, ਉਹਨਾਂ ਦੇ ਘਰਾਂ ਜਾ ਕੇ ਕੀਰਤਨ ਕਰ ਦੇਣਾ, ਜਾਂ ਇਸ ਤਰ੍ਹਾਂ ਦੇ ਅੰਡਰ ਪ੍ਰਿਵਿਲੇਜ ਹੋਮ ਵਿੱਚ ਜਾ ਕੇ ਕੀਰਤਨ ਕਰ ਦੇਣਾ। ਔਰ ਜਦੋਂ ਅਸੀਂ ਕੀਰਤਨ ਕਿਸੇ ਦੇ ਘਰਾਂ 'ਚ ਕਰਨੇ ਆ, ਸ਼ਰਧਾ ਉਹ ਵੀ ਰੱਖਦੇ ਨੇ ਸੇਵਾ ਦੀ, ਤੇ ਸੇਵਾ ਦਿੰਦੇ ਵੀ ਹੈ, ਔਰ ਉਹ ਸੇਵਾ ਇਕੱਠੀ ਕਰਕੇ ਸਾਡੇ ਮਾਤਾ ਜੀ ਔਰ ਉਹਨਾਂ ਦਾ ਗਰੁੱਪ, ਉਹਨਾਂ ਦੇ ਉੱਤੇ ਵੀ ਬੜੇ ਚੈਰਿਟੀ ਕਰਦੇ ਆ।
ਤੇ ਇਹ ਛੋਟੇ ਛੋਟੇ ਐਕਟੀਵਿਟੀਜ਼ ਹਨ ਜਿਹਦੇ ਚ ਕਹਿ ਦਿੰਦੇ ਮੇਰੇ ਕੋਲ ਪੈਸਾ ਨਹੀਂ ਹੈ, ਪੈਸਾ ਲੱਗਿਆ ਕਿੱਥੇ? what needed is only a flame in your heart and thought in your mind ਕਿ ਗੁਰੂ ਨਾਨਕ ਨੇ ਅਗਰ ਮੈਨੂੰ ਸਭ ਕੁਝ ਦਿੱਤਾ ਹੈ ਤੇ ਕਿਉਂ ਨਹੀਂ ਮੈਂ ਉਹਦੇ ਵਿੱਚੋਂ ਕੁਝ ਚੀਜ਼ ਸ਼ੇਅਰ ਵੀ ਕਰਨਾ। ਐਂਡ that is not important ਕਿ ਵੀ ਤੁਹਾਡੇ ਵਾਸਤੇ ਸ਼ੇਅਰ ਪੈਸਾ ਹੀ ਕਰਨਾ ਹੈ। ਮਨ ਬਚ ਕਰਮ, ਜ਼ਰੂਰੀ ਨਹੀਂ ਕਿ ਮਨ ਤੁਸੀਂ ਪੈਸਿਆਂ ਨਾਲ ਹੀ ਸੇਵਾ ਕਰਨੀ ਹੈ, ਮਨ ਦੇ ਨਾਲ ਵੀ ਤੁਸੀਂ ਕਹਿ ਦਿਓ ਨਾ ਕਿਸੇ ਦੀ ਭਲਾਈ ਦਾ, ਇੱਕ ਅਰਦਾਸ ਹੀ ਕਰ ਦਿਓ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ, ਔਰ ਮਨ ਨਾਲ ਕੀਤੀ ਜਾਏ, ਉਹ ਵੀ ਇੱਕ ਸੇਵਾ ਹੀ ਹੈ। ਦੂਸਰਾ ਹੈ ਕਿ ਮੇਰੇ ਕੋਲ ਟਾਈਮ ਨਹੀਂ ਹੈ, ਵਿਚ ਇਜ਼ ਵੈਰੀ ਇੰਪॉर्टेंट। ਲੋਕਾਂ ਕੋਲ ਟਾਈਮ ਬਹੁਤ ਹੈ, ਟੂ ਬੀ ਵੈਰੀ ਫਰੈਂਕ ਆਈ ਡੋंट ਐਗਰੀ ਵਿਦ ਦਿਸ ਪੁਆਇੰਟ ਕਿ ਟਾਈਮ ਨਹੀਂ ਹੈ ਮੇਰੇ ਕੋਲ। ਸੋਸ਼ਲ ਮੀਡੀਆ ਤੇ ਲੱਗੇ ਹੋਣਗੇ, WhatsApp, Facebook, XYZ, ਟੀਵੀ ਲੱਗਿਆ ਹੋਏਗਾ, ਉੱਥੇ ਲੱਗੇ ਹੋਣਗੇ, ਪਰ ਸਪੇਅਰਿੰਗ ਸਮ ਟਾਈਮ ਵਿਦ ਅੰਡਰ ਪ੍ਰਿਵਿਲੇਜ ਪੀਪਲ, ਉਹਨਾਂ ਕੋਲ ਟਾਈਮ ਨਹੀਂ। ਮੈਨੂੰ ਇੱਕ ਯਾਦ ਆਇਆ ਕਿੱਸਾ ਕਿ ਸਾਡੇ ਇੱਕ ਗਰੁੱਪ ਲੇਡੀਜ਼ ਗਰੁੱਪ ਆਏ ਸੀ ਬੈਂਕ ਦੇ, ਉਹਨਾਂ ਨੇ ਬਿਰਧ ਘਰ ਜਾ ਕੇ ਕੁਝ ਸੇਵਾ ਦੇਣੀ ਸੀ। ਉਹਨਾਂ ਨੇ ਜਾ ਕੇ ਸਾਰਿਆਂ ਨੂੰ ਜੋ ਗਿਫਟ ਲਿਆਏ ਸੀ ਵੰਡ ਦਿੱਤੀ। ਉਹ 80 ਦੇ ਆਸ-ਪਾਸ ਬਜ਼ੁਰਗ ਲੇਡੀਜ਼ ਜੈਂਟਸ ਹਨ। ਇੱਕ ਲੇਡੀਜ਼ ਨੇ ਉਹ ਗਿਫਟ ਲਿਆ ਔਰ ਬੜੀ ਬੇਕਦਰੀ ਨਾਲ ਉਹਨੂੰ ਆਪਣੇ ਸਾਈਡ ਦੇ ਲੋਕਰ ਤੇ ਨਾ ਡੰਪ ਕਰ ਦਿੱਤਾ। ਉਹ ਸਾਡੇ ਜਿਹੜੇ ਐਗਜ਼ੀਕਿਊਟਿਵ ਦੇ ਲੇਡੀਜ਼ ਆਏ ਸੀ, ਥੋੜਾ ਜਿਹਾ ਈਗੋ ਵੀ ਹੁੰਦਾ ਨਾ, ਕੋਈ ਸਾਡੀ ਦਿੱਤੀ ਇੱਕ ਚੀਜ਼ ਇਹਨੇ ਇਤਨੀ ਬੇਕਦਰੀ ਕੀਤੀ। ਮੈਨੂੰ ਉਹਨੇ ਪੁੱਛਿਆ ਕਿ ਵੀ ਵਾਈ ਸ਼ੀ ਇਜ਼ ਨਾਟ ਈਟਿੰਗ। ਮੈਂ ਕਿਹਾ ਮੈਡਮ ਮੈਨੂੰ ਇਹਦਾ ਆਨਸਰ ਪਤਾ ਹੈ, ਆਈ ਨੋ ਦਾ ਆਨਸਰ ਬਿਕੋਜ਼ ਮੈਂ ਇਹਨਾਂ ਨਾਲ ਕਰੀਬਨ ਪਿਛਲੇ 20-25 ਸਾਲ ਤੋਂ ਆਉਂਦਾ ਪਿਆ। ਯੂ ਆਸ, ਤੁਸੀਂ ਪੁੱਛੋ ਇਹਨੂੰ। ਉਸਨੇ ਉਹਨੂੰ ਪੁੱਛ ਲਿਆ ਬਈ ਤੁਸੀਂ ਇਹ ਸਾਰੇ ਖਾਂਦੇ ਪਏ, ਔਰ ਬਿਰਧਕਾਰੀ ਜੀ ਇੱਕ ਟ੍ਰੈਂਡ ਹੁੰਦਾ ਹੈ, ਭਾਵੇਂ ਰਾਤੀ 10 ਵਜੇ ਨਾ ਕੋਈ ਆ ਕੇ ਦੇ ਜਾਏ ਨਾ, ਤਾਂ ਰਾਤੀ 10 ਵਜੇ ਖੋਲ ਕੇ ਖਾਣ ਲੱਗ ਜਾਂਦੇ ਜਾਂ ਯੂਜ਼ ਕਰਨ ਲੱਗ ਜਾਂਦੇ। ਰਿਮੈਂਬਰ ਸਮਬਡੀ ਗੇਵ ਦਾ ਸ਼ੇਵਿੰਗ ਕਿਟ, ਉਹ ਰਾਤੀ 10 ਵਜੇ ਸ਼ੇਵਿੰਗ ਕਰਨ ਲੱਗੇ। ਲੋੜ ਹੈ ਨਹੀਂ ਹੈ, ਪਰ ਉਹਨਾਂ ਨੂੰ ਲੱਗਦਾ ਕੋਈ ਆ ਕੇ ਦੇ ਕੇ ਗਿਆ ਤੇ ਸਾਰੇ ਖਾ ਰਹੇ, ਤੇ ਤੂੰ ਕਿਉਂ ਨਹੀਂ ਖਾਂਦੀ? ਉਹਨੇ ਕਿਹਾ ਕਿ ਤੁਹਾਡੇ ਤੋਂ ਪਹਿਲੇ ਇਹ ਫਲਾਣੇ ਕਲੱਬ ਵਾਲੇ ਆ ਕੇ ਦੇ ਕੇ ਗਏ, ਇਹ ਤੂੰ ਲੈ ਜਾ। ਇਹ ਵਾਲਾ ਬਾਕਸ ਕੋਈ ਹੋਰ ਸੰਸਥਾ ਆ ਕੇ ਦੇ ਕੇ ਗਈ, ਇਹ ਤੂੰ ਲੈ ਜਾ। ਫਲਾਣਾ ਬਾਕਸ ਤੁਸੀਂ ਦਿੱਤਾ ਹੈ, ਯੂ ਟੇਕ ਦਿਸ ਆਲਸੋ, ਐਂਡ ਵਾਟ ਯੂ ਵਾਂਟ। ਉਹਨੇ ਕਿਹਾ ਮਰਾਠੀ ਚ ਕਹਿਤਾ ਕਿ ਤੁਸੀਂ ਅਗਰ ਸਾਨੂੰ ਖੁਸ਼ੀ ਦੇਣਾ ਚਾਹੁੰਦੇ ਹੋ ਨਾ, तुम्ही आमच्याशी बोला. If you want to give happiness to us, you just sit here for 2 minutes and talk to us. There is nobody here to talk to us. ਨਾ ਤੇ ਸਾਡੇ ਪਰਿਵਾਰ ਦਾ ਕੋਈ ਬੰਦਾ ਆਂਦਾ ਜਾਂਦਾ, ਨਾ ਸਾਡੇ ਦੋਸਤ ਮਿੱਤਰ ਯਾਰ ਆਂਦੇ, ਨਾ ਇੱਧਰ ਦੇ ਬਿਰਧ ਘਰਾਂ 'ਚ ਜਿਹੜੇ ਬਜ਼ੁਰਗ ਬੈਠੇ ਆ ਉਹ ਆਪਣੀ ਆਪਣੀ ਰੋਣਾ ਹੀ ਕਰਨਗੇ ਨਾ। ਕਿਸ ਪੈ ਖੋਲੋ ਗੰਠੜੀ ਦੁਖੀ ਪਰ ਆਏ, ਹਰ ਬੰਦਾ ਦੁਖੀ ਹੈ। ਅਗਰ ਕਿਸੇ ਦੀ ਗੁੱਠੜੀ ਖੋਲੋ ਤਾਂ ਉਹ ਵੀ ਦੁੱਖ ਦੀ ਕਹਾਣੀਆਂ ਸੁਣਾਏਗਾ। ਤੇ ਤੁਸੀਂ ਸਾਡੇ ਨਾਲ ਬੈਠ ਕੇ 2 ਮਿੰਟ ਗੱਲ ਕਰੋ, ਬਸ ਇਹ ਸਾਡੀ ਖੁਸ਼ੀ ਹੈ। ਤੁਹਾਡੀ ਗਿਫਟ, ਤੁਹਾਡਾ ਖਾਣਾ ਸਾਡੇ ਵਾਸਤੇ ਖੁਸ਼ੀ ਨਹੀਂ ਹੈ। ਸੋ ਵਾਟ ਇੰਪੋਰਟੈਂਟ ਇਜ਼ ਨਾਟ ਦ ਮਨੀ, ਇਟ ਇਜ਼ ਇੰਪੋਰਟੈਂਟ ਇਜ਼ ਦ ਟਾਈਮ, ਐਂਡ ਯੂ ਕੈਨ ਸਪੇਅਰ ਸਮ ਟਾਈਮ ਵਿਦ ਦੋਸ ਅੰਡਰ ਪ੍ਰਿਵਿਲੇਜ। ਅਗਰ ਤੁਸੀਂ ਅੰਡਰ ਪ੍ਰਿਵਿਲੇਜ ਨਹੀਂ ਜਾ ਸਕਦੇ ਹੋ, ਬਿਰਧ ਘਰਾਂ 'ਚ ਜਾਂ ਅਨਾਥ ਆਸ਼ਰਮ ਜਾਂ ਕਿੱਥੇ ਵੀ ਨਹੀਂ ਜਾ ਸਕਦੇ, ਦੂਰ ਹੈ, ਦ ਬੈਸਟ ਆਪਸ਼ਨ ਇਜ਼ ਤੁਹਾਡੇ ਘਰ ਬਜ਼ੁਰਗ ਤੇ ਬੈਠੇ ਹੈ ਨਾ, ਤੁਹਾਡੇ ਦਾਦਾ ਦਾਦੀ ਬੈਠੇ ਹੈ, ਤੁਹਾਡੇ ਮਾਂ ਪਿਓ ਬੈਠੇ ਹੈ, ਜਿਨ੍ਹਾਂ ਨੂੰ ਤੁਹਾਡੀ ਲੋੜ ਹੈ। ਅੱਜ ਅਲੱਗ-ਅਲੱਗ ਰੂਮਾਂ 'ਚ, ਅਲੱਗ-ਅਲੱਗ ਟੀਵੀਆਂ 'ਚ ਹਰ ਬੰਦਾ ਆਪਣੇ ਆਪਣੇ ਮਸਤ ਲੱਗੇ ਹੋਏ ਨੇ। 4 ਬੰਦੇ ਬੈਠੇ ਹੈ ਔਰ ਉਹ ਵੀ ਆਪਣੇ ਮੋਬਾਈਲ 'ਚ ਲੱਗੇ ਹੈ, ਚਾਰੋਂ ਬੰਦੇ ਘਰ ਦੇ ਗੱਲ ਵੀ ਨਹੀਂ ਕਰ ਸਕਦੇ। ਤੇ ਬਜ਼ੁਰਗ ਕੀ ਕਰਨਗੇ? ਉਹ ਤਾਂ ਸੋਸ਼ਲ ਮੀਡੀਆ ਨਾਲ ਨਹੀਂ ਐਫੀਲੀਏਟਡ ਹਨ, ਉਹਨਾਂ ਨੂੰ ਤਾਂ ਟੀਵੀ ਨਾਲ ਖਾਲਾ ਸ਼ੌਂਕ ਵੀ ਨਹੀਂ। ਕੀਰਤਨ ਵੀ ਲਿਮਿਟਡ ਟਾਈਮ ਤੇ ਆਂਦਾ, ਜੇ ਆਂਦਾ ਵੀ ਹੈ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਮੌਕਾ ਨਹੀਂ ਬਣਦਾ, ਰਿਮੋਟ ਉਹਨਾਂ ਦੇ ਹੱਥ ਥੋੜੀ ਹੁੰਦਾ। ਤੇ ਉਹਨਾਂ ਨਾਲ ਜਾ ਕੇ 2 ਮਿੰਟ ਗੱਲ ਕਰ ਲਓ। I have a very simple exercise with me, with my mother. My mother is now 93 years old. ਮੈਂ ਸਵੇਰੇ ਜਾਂਦਾ ਨਾ ਆਫਿਸ, ਘਰ ਦੇ ਸਾਰੇ ਖਰਚੇ ਮੈਂ ਕਰਦਾ, ਆਨਲਾਈਨ ਪੇਮੈਂਟ, ਪਰਚੇਸਿੰਗ ਸਭ I do. She doesn't go out also. Beside this, every month ਮੈਂ ਉਹਨੂੰ 30 ਨੋਟ 100 ਦੇ ਨਾ ਦੇ ਦੇਣਾ। ਨਵੇਂ ਨੋਟ ਬੈਂਕ ਦੇ ਦੇ ਕੇ ਖੁਸ਼ ਵੀ ਹੁੰਦੀ ਹੈ। Daily when I leave home, she calls me this way. इधर आ, कहती है पैरी पै। She makes me to bow down
ਔਰ ਮੈਂ ਪੈਰੀ ਪੈਣਾ ਨਾ ਤਾਂ ਉਹ ਆਪਣੇ ਐਨਵਲਪ 'ਚ ਨਾ ਮੈਨੂੰ 100 ਰੁਪਇਆ ਕੱਢ ਕੇ ਦਿੰਦੀ ਹੈ, ਕਹਿੰਦੀ ਆ ਪਾਕਟ ਮਨੀ ਤੇਰੀ। ਕੋਈ ਪੁੱਛੇ ਪੈਸਾ ਮੇਰਾ, ਮੈਨੂੰ ਵੀ ਮਿਲਦਾ ਪਿਆ। ਜੇ ਸਿਰ ਮੈਂ ਖੱਬੇ ਰੱਖਾਂ ਸੱਜੇ ਰੱਖਾਂ, ਕਮਰ ਨੇ ਤੇ ਮੇਰੇ ਵਿੱਚ ਹੀ ਆਣਾ। ਪੈਸੇ ਮੇਰੇ ਕੱਢ ਕੇ ਮੈਨੂੰ ਹੀ ਦੇ ਰਹੀ ਹੈ, ਪਰ ਸਿਰਫ ਆਈ ਮੇਕ ਦਾ ਵੇ ਟੂ ਮੇਕ ਹਰ ਹੈਪੀ। ਤੁਹਾਡੇ ਆਪਣੇ ਪ੍ਰੋਗਰਾਮ ਨਜ਼ਰੀਆ ਵਿੱਚ ਤੁਹਾਡੀ ਆਪਣੀ ਹਰਸ਼ਰਨ ਕੌਰ ਧਾਲੀਵਾਲ ਦੇ ਨਾਲ, ਔਰ ਅੱਜ ਅਸੀਂ ਗੱਲ ਕਰ ਰਹੇ ਹਾਂ ਬੰਬੇ ਤੋਂ ਮਿਸਟਰ ਭੁਪਿੰਦਰ ਸਿੰਘ ਕੋਹਲੀ ਸਾਡੇ ਨਾਲ ਨੇ। ਬਹੁਤ ਸਾਰੇ ਅਵਾਰਡਸ ਇਹਨਾਂ ਨੂੰ ਇਸ ਕੰਮ ਲਈ ਮਿਲੇ ਆ, ਪਰ ਜਦੋਂ ਅਸੀਂ ਕੋਈ ਨਵਾਂ ਕੰਮ ਨਵੇਂ ਤਰੀਕੇ ਨਾਲ ਸ਼ੁਰੂ ਕਰਦੇ ਹਾਂ, ਮੈਨੂੰ ਨਹੀਂ ਲੱਗਦਾ ਕਿ ਬਹੁਤ ਜਲਦੀ ਲੋਕ, ਜਿਵੇਂ ਕਿਹਾ ਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਲੋਕਾਂ ਕੋਲ ਕਿ ਮੈਂ ਬਿਜ਼ੀ ਹਾਂ, ਔਰ ਜ਼ਿੰਦਗੀ ਦੀ ਆਮ ਜੱਦੋ-ਜਹਿਦ 'ਚੋਂ ਟਾਈਮ ਕੱਢਣਾ, ਕਈ ਵਾਰੀ ਟਾਈਮ ਕੱਢਣਾ ਐਕਸਕਿਊਜ਼ ਜੋ ਮਰਜ਼ੀ ਤੁਸੀਂ ਇਹਨੂੰ ਕਹਿ ਸਕਦੇ ਹੋ, ਪਰ ਅਕਸਰ ਇਹੋ ਜਿਹਾ ਹੁੰਦਾ, ਬਹੁਤ ਆਮ ਜੀ ਗੱਲ ਹੈ। ਸੋ ਮਿਸਟਰ ਕੋਹਲੀ, ਜਦੋਂ ਤੁਸੀਂ ਸ਼ੁਰੂ ਕੀਤਾ, ਉਦੋਂ ਕਿਹੜੀਆਂ ਜਿਹੜੀਆਂ ਮੁਸ਼ਕਲਾਂ ਸੀਗੀਆਂ ਸਾਹਮਣੇ ਆਈਆਂ? ਹੋ ਸਕਦਾ ਹੁਣ ਜਿਹੜਾ ਜਿਵੇਂ ਲੋਕ ਤੁਹਾਡੇ ਨਾਲ ਜੁੜੇ ਨੇ, ਬਹੁਤ ਸੰਸਥਾਵਾਂ ਨੇ, ਮੈਂ ਦੇਖਿਆ ਬਹੁਤ ਸਾਰੇ ਅਵਾਰਡਸ ਤੁਹਾਨੂੰ ਮਿਲੇ ਨੇ, ਜਿਨ੍ਹਾਂ 'ਚੋਂ ਭਾਈ ਕਨ੍ਹਈਆ ਜੀ ਅਵਾਰਡ, ਕਿਉਂਕਿ ਕਨ੍ਹਈਆ ਜੀ ਜਿਹੜੇ ਵੈਰੀਆਂ ਨੂੰ, ਮਿੱਤਰਾਂ ਨੂੰ, ਸਾਰਿਆਂ ਨੂੰ ਹੀ ਪਾਣੀ ਵੀ ਪਿਲਾਉਂਦੇ ਸੀ, ਮਰਮ ਪੱਟੀ ਵੀ ਕਰਦੇ ਸੀ, ਸੇਵਾ ਵੀ ਕਰਦੇ ਸੀ, ਬਿਨਾਂ ਦੇਖਿਆ ਕੌਣ ਵੈਰੀ ਹੈ ਕੌਣ ਮਿੱਤਰ ਹੈ। ਸੋ ਇਸ ਅਵਾਰਡ ਨਾਲ ਸਨਮਾਨਿਤ ਹੋਣਾ ਇੱਕ ਬੜੀ ਗੌਰਵ ਦੀ ਗੱਲ ਹੈ। ਸੋ ਮੈਂ ਪਹਿਲਾਂ ਤੁਹਾਨੂੰ ਉਹਦੇ ਲਈ ਵਧਾਈ ਦਿੰਦੀ ਹਾਂ ਕਿ ਤੁਹਾਨੂੰ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬਹੁਤ ਸਾਰੇ ਅਵਾਰਡਸ ਤੁਹਾਨੂੰ ਮਿਲੇ, ਪਰ ਜਦੋਂ ਕੰਮ ਅਸੀਂ ਸ਼ੁਰੂ ਕਰਦੇ ਹਾਂ ਉਦੋਂ ਇਹੋ ਜਿਹਾ ਕੁਛ ਨਹੀਂ ਹੁੰਦਾ, ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਇੱਕ ਜਗ੍ਹਾ, ਇੱਕ ਮੁਕਾਮ 'ਤੇ ਨਹੀਂ ਲੈ ਕੇ ਜਾਂਦੇ, ਲੋਕ ਪਛਾਣਨ ਨਹੀਂ ਲੱਗਦੇ। ਕਿਹੜੀਆਂ ਮੁਸ਼ਕਲਾਂ ਸੀਗੀਆਂ ਜਿਹੜੀਆਂ ਸਾਹਮਣੇ ਆਉਂਦੀਆਂ ਸੀ? ਭੈਣ ਜੀ, ਇਹ ਤੇ ਗੁਰੂ ਨਾਨਕ ਦੀ ਬਖਸ਼ਿਸ਼ ਹੈ ਕਿ ਉਹ ਆਪ ਹੀ ਆਪੇ ਸੇਵਾ ਲਾਇੰਦਾ, ਆਪ ਦਿਵਾਵੇ ਮਾਣ। ਕਿਰਪਾ ਉਹਦੀ ਹੈ, ਰਹਿਮਤ ਉਹਦੀ ਹੈ। ਆਈ ਐਮ ਜਸਟ ਅ ਟੂਲ। ਰਿਮੋਟ ਕੰਟਰੋਲ ਉਹਦੇ ਹੱਥ 'ਚ, ਉਹ ਹੀ ਕਰਾਉਂਦਾ ਹੈ। ਸਾਧਨ ਵੀ ਉਹ ਬਣਾਉਂਦਾ ਹੈ, ਰਿਸੋਰਸਸ ਵੀ ਉਹ ਬਣਾਉਂਦਾ ਹੈ, ਉਦਮ ਵੀ ਉਹ ਹੀ ਦਿੰਦਾ ਹੈ, ਔਰ ਲੋੜਵੰਦ ਵੀ ਸਾਹਮਣੇ ਉਹ ਹੀ ਲਿਆਉਂਦਾ ਹੈ। ਮੈਨੂੰ ਇੱਕ ਯਾਦ ਹੈ ਕਿ ਮੇਰੇ ਫਾਦਰ, ਜਦੋਂ ਮੈਂ ਸ਼ੁਰੂ ਲਈ ਕਰਦਾ ਸੀ ਕਿ ਵੀ ਮੈਂ ਆਫਿਸ ਤੋਂ ਆਉਣਾ ਸ਼ਾਮੀ 6 ਵਜੇ, ਆ ਕੇ ਚਾਹ ਪਾਣੀ ਪੀ ਕੇ, ਦੈਨ ਆਈ ਯੂਜ਼ ਟੂ ਗੋ ਟੂ ਵਨ ਹਸਪੀਟਲ। ਜਾਂ ਸਿਵਲ ਡਿਫੈਂਸ ਦੀ ਸਾਡੀ ਟ੍ਰੇਨਿੰਗ ਹੁੰਦੀ ਸੀ ਇਨ ਹਸਪੀਟਲ, ਤਾਂ ਉੱਥੇ ਸਾਨੂੰ ਪੇਸ਼ੈਂਟ ਨਾਲ ਸੇਵਾ ਕਰਨੀ ਪੈਂਦੀ ਹੈ। ਉਹ ਉਧਰੋਂ ਕਰਕੇ ਫਿਰ ਗੁਰਦੁਆਰੇ ਮੱਥਾ ਟੇਕ ਕੇ ਘਰ ਆ ਕੇ ਰੋਟੀ ਖਾ ਕੇ ਰਾਤੀ, ਦੈਨ ਆਈ ਯੂਜ਼ ਟੂ ਗੋ ਫॉर ਟ੍ਰੈਫਿਕ ਕੰਟਰੋਲ। ਤੇ ਪੁਲਿਸ ਦੇ ਅੰਡਰ, ਉਹਨਾਂ ਦੇ ਸੁਪਰਵਿਜ਼ਨ ਅੰਡਰ ਟ੍ਰੈਫਿਕ ਨੂੰ ਕੰਟਰੋਲ ਕਰਨ ਦਾ ਕੰਮ ਹੁੰਦਾ ਸੀ। ਸਿਵਲ ਡਿਫੈਂਸ, ਉਹਨੂੰ ਟ੍ਰੈਫਿਕ ਵਾਰਡਨ ਕਹਿੰਦੇ। ਐਂਡ ਸਮ ਯੂ ਯੂਜ਼ ਟੂ ਗੋ ਫॉर ਹੋਮ ਗਾਰਡ ਆਲਸੋ। ਤੇ ਇਹ ਸਾਰਾ ਕਰਕੇ ਰਾਤੀ ਮੈਂ 11 ਵਜੇ 10:30 11 ਵਜੇ ਘਰ ਆਣਾ, ਤੇ ਮੇਰੇ ਫਾਦਰ ਮੈਨੂੰ ਰੋਜ਼ ਕਹਿੰਦੇ ਕਿ ਤੈਨੂੰ ਇਹ ਮਿਲਦਾ ਕੀ ਸਭ ਕਰਨ ਵਾਸਤੇ? ਚੱਲ ਯਾਰ, ਤੂੰ ਆਫਿਸ ਤੋਂ ਦੌੜਦਾ ਆਉਣਾ, ਸ਼ਾਮੀ ਇੱਥੇ ਲੁੱਤਰਦਾ ਹੁੰਦਾ। ਮੈਂ ਉਹਨਾਂ ਨੂੰ ਕਿਹਾ ਕਿ ਵੀ ਪਿਤਾ ਜੀ, ਕਿ ਹਰ ਚੀਜ਼ ਮਿਲਣ ਵਾਸਤੇ ਕਿਉਂ ਕਰਨੀ ਆ? ਵਾਈ ਨਾਟ ਜੋਏ ਆਫ ਗਿਵਿੰਗ ਵੀ ਕਰੀਏ। ਰੱਬ ਨੇ ਮੈਨੂੰ ਸਾਰੀਆਂ ਦਾਤਾਂ ਦਿੱਤੀਆਂ, ਘਰ ਦਿੱਤਾ ਹੈ, ਪਰਿਵਾਰ ਦਿੱਤਾ ਹੈ, ਤੰਦਰੁਸਤੀ ਦਿੱਤੀ ਹੈ, ਨੌਕਰੀ ਪੇਸ਼ਾ ਦਿੱਤਾ, ਇੱਜ਼ਤ ਮਾਣ ਦਿੱਤਾ ਹੈ, ਕੈਲੀਬਰ ਦਿੱਤਾ ਹੈ, ਪੜ੍ਹਾਈ ਲਿਖਾਈ ਦਿੱਤੀ ਹੈ, ਤੇ ਮੈਂ ਉਹਨੂੰ ਸ਼ੇਅਰ ਕਿਉਂ ਨਹੀਂ ਕਰਾਂ? ਔਰ ਮੈਨੂੰ ਇੱਕ ਕਿਸੇ ਦਾ ਰਾਈਟ ਅਪ ਯਾਦ ਆਉਂਦਾ ਕਿ ਵੀ ਫਸਟ 25 years ਆਫ ਯੋਰ ਲਾਈਫ ਯੂ ਲਰਨ। ਉਹ ਪਹਿਲੀ ਉਮਰ ਜਿਹੜੀ ਹੁੰਦੀ ਨਾ, ਉਹ ਕੱਚੀ ਹੁੰਦੀ ਹੈ, ਜਿਸ ਵਿੱਚ ਤੁਹਾਡੀ ਮੈਮਰੀ ਬੜੀ ਸ਼ਾਰਪ ਹੁੰਦੀ ਹੈ। ਫਸਟ 25 years ਆਫ ਯੋਰ ਲਾਈਫ you learn, next 25 you earn। 25 ਤੋਂ 50 ਤੱਕ ਤੁਹਾਡੀਆਂ ਜ਼ਿੰਮੇਵਾਰੀਆਂ ਰਹਿੰਦੀਆਂ, ਬਹੁਤ ਸਾਰੇ ਤੁਹਾਡੀਆਂ ਇੱਛਾਵਾਂ ਰਹਿੰਦੀਆਂ, ਤੁਹਾਡੀਆਂ ਦੀਆਂ ਖੁਆਇਸ਼ਾਂ ਰਹਿੰਦੀਆਂ, ਔਰ ਕਮਾਉਣ ਦੇ ਤੁਹਾਡੀ ਤਾਕਤ ਵੀ ਹੁੰਦੀ ਹੈ। ਤੁਸੀਂ 25 ਤੋਂ 50 ਦੇ ਵਿੱਚ ਉਹ ਤੁਹਾਡੀਆਂ ਜ਼ਿੰਮੇਵਾਰੀਆਂ ਖਤਮ ਹੋ ਜਾਂਦੀਆਂ। ਫਸਟ 25 you learn, next 25 you earn and rest you return। ਤਾਂ ਰਿਟਰਨ ਵਾਲੀ ਪੋਜੀਸ਼ਨ ਤੇ ਅਸੀਂ ਹੁਣ ਆ ਗਏ, ਜਿੱਥੇ ਹਰ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸ਼ੇਅਰ ਕਰਨ ਦੀ। ਮੈਂ ਇਹ ਨਹੀਂ ਅਗੇਨ ਰਿਪੀਟ ਕਰਨਾ ਕਿ ਵੀ ਨਾਟ ਮਨੀ, ਆਫ ਕੋਰਸ, sharing of knowledge, sharing of time, sharing of your skill, that itself is a social work, not the money factor। ਤੁਹਾਨੂੰ ਕਿਹਾ ਸੀ ਕਿ ਪਹਿਲਾ ਪੈਸਾ not important, ਤੁਹਾਡੇ ਸਾਹਮਣੇ ਪ੍ਰੂਵ ਕਰਤਾ ਹੈ। ਟਾਈਮ not necessary। ਫਿਰ ਕਹਿੰਦੇ ਕਿ ਮੇਰੀ ਕੋਈ ਸੰਸਥਾ ਨਹੀਂ ਹੈ, ਮੈਂ ਕੋਈ ਸੰਸਥਾ ਦਾ ਮਾਲਕ ਬਣਾਂਗਾ, ਫਿਰ ਚਾਲੂ ਕਰਾਂਗਾ। ਪਿੰਗਲਵਾੜਾ ਸ਼ੁਰੂ ਹੋਇਆ ਸੀ, ਤਾਂ ਭਗਤ ਪੂਰਨ ਸਿੰਘ ਨੇ ਪਹਿਲੇ ਪਿੰਗਲਵਾੜਾ ਨਹੀਂ ਸ਼ੁਰੂ ਕੀਤਾ ਸੀ, ਪਹਿਲੇ ਸੇਵਾ ਸ਼ੁਰੂ ਕੀਤੀ ਸੀ।
अगर वो बड़ू साहब स्कूल चालू है तो पहले एक्टिविटी शुरू की थी। कोई भी संस्था अगर बनती है वो पहले एक्शन लैंदे ने, बाद ही संस्थावां बनदियां। ਅੱਜ ਸੰਸਥਾਵਾਂ ਪਹਿਲੇ ਬਣ ਜਾਂਦੀਆਂ ਨੇ, ਕਮੇਟੀਆਂ ਬਣ ਜਾਂਦੀਆਂ ਨੇ, ਪ੍ਰਧਾਨ ਸੈਕਟਰੀ ਬਣ ਜਾਂਦੇ ਨੇ, ਉਸ ਤੋਂ ਬਾਅਦ ਸੋਚਦੇ ਨੇ ਅਸੀਂ ਕੁਝ ਐਕਟੀਵਿਟੀਜ਼ ਕਰਨੀ। ਆਈ ਡੋਂਟ ਐਗਰੀ ਵਿਦ ਦਿਸ। ਐਵਰੀਬਡੀ ਇਜ਼ ਅ ਸਿੰਗਲ ਮੈਨ ਆਰਮੀ ਇਨ ਦਿਸ ਕਾਜ਼ ਫॉर द ਨੋਬਲ ਮਿਸ਼ਨ। ਔਰ ਉਹਦੇ ਵਾਸਤੇ ਬਹੁਤ ਜ਼ਿਆਦਾ ਐਫਰਟ ਵੀ ਲੋੜ ਨਹੀਂ ਹੁੰਦੀ। ਛੋਟੇ ਛੋਟੇ ਐਕਟ ਤੁਹਾਨੂੰ ਸਾਹਮਣੇ ਦਿਖਾਏ ਨੇ, ਐਂਡ देयर आर मैनी मोर्स लाइक वाइस। ਅੜਚੋਂ ਕਰੀਬਨ ਕਦੀ ਨਹੀਂ ਆਈਆਂ, ਸੱਚੀ ਦੱਸਾਂ, ਕਿਉਂਕਿ ਮੈਂ ਸਾਡੇ ਕੋਲ 8:55 ਤੱਕ ਟਾਈਮ ਹੈਗਾ ਆ। ਸੋ ਬਹੁਤ ਸਾਰੀਆਂ ਗੱਲਾਂ ਨੇ ਆਪਣੇ ਕੋਲ। 8:55 ਤੱਕ ਮੇਰਾ ਤੁਹਾਡਾ ਸਾਥ ਰਹਿਣਾ ਹੈ। ਸੋ ਜਿੰਨੀਆਂ ਕੁ ਗੱਲਾਂ ਅਸੀਂ ਅੱਜ ਦੇ ਪ੍ਰੋਗਰਾਮ 'ਚ ਕਵਰ ਕਰ ਸਕਾਂਗੇ ਉਹ ਕਰਾਂਗੇ, ਔਰ ਉਦੋਂ ਬਾਅਦ ਫਿਰ ਅਸੀਂ ਤੁਹਾਡੇ ਨਾਲ ਰਾਬਤਾ ਕਾਇਮ ਰੱਖਾਂਗੇ। ਬਹੁਤ ਸਾਰੀਆਂ, ਮੈਨੂੰ ਲੱਗਦਾ ਕਿ ਬਹੁਤ ਸਾਰਾ ਤਾਂ ਮੈਂ ਨਹੀਂ ਕਰ ਸਕੂੰਗੀ, ਬਹੁਤ ਸਾਰੀਆਂ ਗੱਲਾਂ ਨੇ ਮੇਰੇ ਦਿਮਾਗ ਜਿਹੜੀਆਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ। ਅਗਲੀ ਗੱਲ ਇਹ ਸੀਗੀ ਮਿਸਟਰ ਕੋਹਲੀ ਕਿ ਪਹਿਲਾਂ ਮੈਨੂੰ ਇਹ ਦੱਸੋ, ਜਿੱਦਾਂ ਤੁਹਾਡੇ ਫਾਦਰ ਨੇ ਕਿਹਾ ਤੁਸੀਂ ਵਨ ਮੈਨ ਆਰਮੀ ਦੀ ਤਰ੍ਹਾਂ ਇੱਕ ਤੁਹਾਡੇ ਦਿਮਾਗ 'ਚ ਆਇਆ ਸੇਵਾ ਕਰਨੀ, ਔਰ ਤੁਸੀਂ ਸ਼ੁਰੂ ਕੀਤਾ, ਤਾਂ ਫਿਰ ਲੋਕਾਂ ਦਾ ਸਾਥ ਮਿਲਦਾ ਚਲਾ ਗਿਆ। ਹਾਂਜੀ, ਇਸ ਤਰ੍ਹਾਂ ਹੈ ਕਿ ਵੀ ਮੈਂ ਕੋਈ ਵੀ ਮਿਸ਼ਨ ਆਉਂਦਾ ਨਾ ਤੇ ਮੈਂ ਗੁਰੂ ਨਾਨਕ ਸਾਹਮਣੇ ਰੱਖ ਕੇ ਨਾ ਅਰਦਾਸ ਕਰਦਾ। ਜਦੋਂ ਮੈਂ ਲਾਈਟ ਦੇ ਸਾਹਮਣੇ ਖੜਾ ਨਾ ਤਾਂ ਪਰਛਾਵਾਂ ਮੇਰੇ ਪਿੱਛੇ ਆ ਜਾਂਦਾ। ਔਰ ਜਦੋਂ ਗੁਰੂ ਸਾਹਮਣੇ ਮੇਰੇ ਆਉਂਦਾ ਨਾ ਤੇ ਨਵਨਿਧੀ 18 ਸਿੱਧੀ ਪਿੱਛੇ ਲੱਗਣ ਫਿਰਨ, ਫਿਰ ਮੈਨੂੰ ਸਾਧਨ ਦੀ, ਰਿਸੋਰਸਸ ਦੀ ਫਿਰ ਲੋੜ ਨਹੀਂ ਪੈਂਦੀ। ਗੁਰੂ ਨਾਨਕ ਆਪੇ ਕਾਰਜ ਪੂਰੇ ਕਰ ਦਿੰਦਾ। ਤੇ ਇਹ ਮੇਰਾ ਇੱਕ ਥਾਟ ਰਿਹਾ ਕਿ ਵੀ ਮੈਂ ਤੇਰੇ ਸਾਹਮਣੇ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਕੋਈ ਵੀ ਐਕਸ਼ਨ ਐਕਟੀਵਿਟੀਜ਼ ਕਰਨੀ ਕਰਦਾ, ਪਰ ਹੋ ਜਾਂਦੀ। ਗੁਰੂ ਨਾਨਕ ਆਪ ਹੀ ਕਰਾ ਬੇਮੰਜ਼ਿਲ ਮਗਰ ਲੋਕ ਸਾਥ ਆਤੇ ਗਏ ਔਰ ਕਾਰਵਾਂ ਬਣਦਾ ਗਿਆ। ਔਰ ਜਦੋਂ ਅਸੀਂ ਇੱਕ ਚੀਜ਼ ਕੰਮ ਕਰਨ ਦੇ ਬਾਰੇ ਸੋਚ ਲਈਏ, ਇੱਕ ਜਜ਼ਬਾ ਹੋਵੇ, ਇੱਕ ਜਨੂਨ ਹੋਵੇ, ਤਾਂ ਵਾਕਈ ਦੁਨੀਆ ਤੁਹਾਡੀ ਸੋਚ ਨੂੰ ਮੰਨਦੀ ਹੈ, ਕਦਰ ਕਰਦੀ ਹੈ। ਅੱਛਾ, ਇੱਕ ਜਿਹੜੀ ਮੈਂ ਤੁਹਾਡੇ ਬਾਰੇ ਪੜ੍ਹਿਆ ਕਿ 4800 ਦੇ ਲਗਭਗ ਜਿਹੜੇ ਖੂਨਦਾਨ ਕਰਨ ਵਾਲੇ ਸੀ ਉਹਨਾਂ ਦੀ ਇੱਕ ਡਾਇਰੈਕਟਰੀ ਤੁਸੀਂ ਤਿਆਰ ਕੀਤੀ। ਇਹ ਸਾਰਾ ਕੁਛ ਕਿੱਦਾਂ ਸੀ? ਉਹ ਡਾਇਰੈਕਟਰੀ ਜਿਹੜੀ ਹੈ ਬਲੱਡ ਜਿਹੜਾ ਡੋਨੇਟ ਕਰ ਰਹੇ ਸੀ ਉਹਨਾਂ ਦੀ, ਇਹ ਕਿੱਦਾਂ ਬਣਾਈ ਔਰ ਕਿਸ ਤਰ੍ਹਾਂ ਦਾ ਕੀ ਪ੍ਰੋਸੀਜਰ ਸੀ ਇਹਦਾ? ਉਹ 84 85 ਦੇ ਆਸ-ਪਾਸ ਮੇਰੀਆਂ ਬੈਂਕਾਂ ਦੇ ਵਿੱਚ ਨਾ ਕੁਝ ਐਕਟੀਵਿਟੀਜ਼ ਅੰਡਰ CSR ਕਹਿੰਦੇ ਨੇ, ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ। ਉਦੋਂ ਉਹਦਾ ਨਾਂ ਕਮਿਊਨਿਟੀ ਸਰਵਿਸ ਹੁੰਦੀ ਸੀ। ਨਾਓ ਇਟ ਇਜ਼ ਨੋਨ ਐਸ CSR, ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ। ਉਹਦੇ ਵਿੱਚ ਕੁਝ ਐਕਟੀਵਿਟੀਜ਼ ਇਸ ਤਰ੍ਹਾਂ ਦੇ ਬਲੱਡ ਡੋਨੇਸ਼ਨ ਕੈਂਪਸ ਹੁੰਦੇ ਸੀ। ਦੈਨ ਮੈਂ ਬਲੱਡ ਡੋਨੇਸ਼ਨ ਕੈਂਪਸ ਆਰਗੇਨਾਈਜ਼ ਕਰਦਾ ਸੀਗਾ ਬੈਂਕਾਂ, ਸਾਡੀਆਂ ਬ੍ਰਾਂਚਾਂ ਵਿੱਚ, ਆਫਿਸਸ ਵਿੱਚ, ਜਾਂ ਕਈ ਗੁਰਪੁਰਬ ਦੇ ਉੱਤੇ ਜਾਂ ਕਿਸੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਵੀ ਕਰੀਦਾ। ਉਦੋਂ ਮੈਂ ਉਹ ਨਾ ਲਿਸਟ ਉਸੇ ਵੇਲੇ ਜਿਹੜਾ ਬਲੱਡ ਬੈਂਕ ਆਉਂਦਾ ਸੀ ਉਹਨਾਂ ਕੋਲ ਮੇਰੇ ਕੋਲ ਲਿਸਟ ਮਿਲ ਜਾਂਦੀ ਸੀ ਵੀ ਫਲਾਣੇ ਬੰਦੇ ਦਾ ਫਲਾਣਾ ਗਰੁੱਪ ਹੈ, ਔਰ ਉਹਦਾ ਕੰਟੈਕਟ ਨੰਬਰ, ਮੋਬਾਈਲ ਨਹੀਂ ਹੁੰਦੇ ਸੀ, ਤਾਂ ਲੈਂਡਲਾਈਨ ਹੁੰਦੇ ਸੀ ਜਾਂ ਐਡਰੈਸ ਹੁੰਦਾ ਸੀ। ਉਹ ਮੈਂ ਡਾਇਰਾਈਜ਼ ਕਰ ਲੈਂਦਾ ਸੀ। ਉਹ ਡਾਇਰੀ ਬਣਾ ਕੇ ਰੱਖੀ ਹੋਈ ਸੀ, ਉਹਦੇ 'ਚ ਗਰੁੱਪ ਵਾਈਜ਼ ਦੈਨ ਨਾਂ ਬਣਾ ਕੇ ਰੱਖੇ। ਹੁਣ ਉਹਨੂੰ ਕੰਪਿਊਟਰਾਈਜ਼ ਕਰਕੇ ਰੱਖਿਆ, ਔਰ ਉਹਦੇ 'ਚ ਅਲਫਾਬੈਟਿਕਲੀ ਸੌਰਟ ਹੋ ਜਾਂਦੇ ਨੇ, ਗਰੁੱਪ ਵਾਈਜ਼ ਸੌਰਟ ਹੋ ਜਾਂਦੇ ਨੇ, ਪਿੰਨ ਕੋਡ ਵਾਈਜ਼ ਸੌਰਟ ਹੋ ਜਾਂਦੇ। ਐਕਸਲ 'ਤੇ ਬਣਾ ਕੇ ਰੱਖਿਆ ਹੋਇਆ। ਉਹ ਉਸ ਜ਼ਮਾਨੇ 'ਚ ਇਟ ਵਾਸ ਦ ਬਿਗੇਸਟ ਪ੍ਰੀਪੇਅਰਡ ਬਾਏ ਐਨ ਇੰਡੀਵਿਜੂਅਲ ਮੈਨੂਅਲੀ ਆਫ ਕੋਰਸ ਇਨ ਬੰਬੇ। ਹੁਣ ਤੇ ਗੁਰੂ ਨਾਨਕ ਨੇ ਬੜੀਆਂ ਐਸੀਆਂ ਸੰਸਥਾਵਾਂ ਬਣਾ ਦਿੱਤੀਆਂ ਜਿਨ੍ਹਾਂ ਕੋਲ ਬਲੱਡ ਬੈਂਕ ਔਰ ਬਲੱਡ ਗਰੁੱਪ ਦੀਆਂ ਡਾਇਰੈਕਟਰੀਆਂ ਹੈਗੀਆਂ। ਦੈਟ ਵਾਸ ਮਾਈ ਓਨ ਐਫਰਟ ਇਨ 84 85 ਦੇ ਆਸ-ਪਾਸ ਦੀ ਗੱਲ। ਚਲੋ ਸਾਰਾ ਕੁਛ ਅਸੀਂ ਕੰਪਿਊਟਰ ਦੇ ਜ਼ਰੀਏ ਸਾਰਾ ਕੁਛ ਕਰ ਲੈਂਦੇ ਹਾਂ, ਸੇਵ ਕਰ ਲੈਂਦੇ ਹਾਂ ਸਾਰਾ ਕੁਛ, ਬਟ ਉਸ ਟਾਈਮ ਮੈਨੂਅਲੀ ਇਹ ਸਾਰਾ ਕੁਛ ਕਰਨਾ ਵਾਕਈ ਸ਼ਲਾਘਾਯੋਗ ਕੰਮ ਹੈ ਇੱਕ। ਔਰ ਜਦੋਂ ਹੁਣ ਇਹ 2001 'ਚ ਕਹਿੰਦੇ ਕਿ ਜਦੋਂ ਗੁਜਰਾਤ 'ਚ ਭੁਚਾਲ ਆਇਆ, ਜਾਂ ਬੰਬੇ ਬਲਾਸਟ ਦੀ ਗੱਲ ਕਰੀਏ, ਹੋਰ ਜਿਸ ਤਰ੍ਹਾਂ ਵੀ ਇਹ ਕਮਿਊਨਿਟੀ ਨੂੰ ਜਦੋਂ ਹੈਲਪ ਦੀ ਜ਼ਰੂਰਤ ਹੁੰਦੀ ਹੈ, ਜਦੋਂ ਮਾਨਵਤਾ ਦੀ ਸੇਵਾ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉੱਥੇ ਪਹੁੰਚਦੇ ਹੋ। ਕਿਸ ਤਰ੍ਹਾਂ ਦੀ ਸੇਵਾ ਤੁਸੀਂ ਕਰਦੇ ਹੋ? ਗੁਜਰਾਤ ਤੇ ਸਿਰਫ ਅਸੀਂ ਉੱਥੇ ਪਹਿਲੇ ਤੇ ਲੰਗਰ ਲਾਏ ਸੀਗੇ। ਉਹ ਗਾਂਧੀ ਧਾਮ ਕੋਲ ਇੱਕ ਨਾਨੀ ਚਿਰਾਈ, ਅਨਮੋਟੀ ਚਿਰਾਈ, ਛੋਟੇ ਛੋਟੇ ਪਿੰਡ ਹੁੰਦੇ ਸੀਗੇ ਉੱਥੇ। ਉੱਥੇ ਅਸੀਂ ਕਰੀਬਨ 14-15 ਦਿਨ ਲੰਗਰ ਲਾਏ। ਔਰ ਬੰਬੇ ਬਲਾਸਟ ਵਿੱਚ ਮੇਰੀ ਐਂਬੂਲੈਂਸ ਸਰਵਿਸ ਲੱਗੀ ਰਹੀ। ਆਈ ਯੂਜ਼ਡ ਟੂ ਸ਼ਿਫਟ ਡੈਡ ਕੈਜੁਅਲਟੀਜ਼ ਐਂਡ ਮੋਰ ਆਫ ਡੈਡ ਬੋਡੀਜ਼ ਆਫ ਕੋਰਸ। ਔਰ ਪੂਰਾ ਬੰਬੇ ਉਸ ਵੇਲੇ ਇੱਕ ਸ਼ਮਸ਼ਾਨ ਘਾਟ ਵਰਗਾ ਬਣ ਗਿਆ ਸੀ।
ਮੈਨੂੰ ਇੱਕ ਇੱਕ ਗੱਲ ਕਰਨ ਵਾਸਤੇ ਨਾ ਮੈਂ ਬੜਾ ਮਹਿਸੂਸ ਕਰਨਾ ਕਿ ਇਹ ਮੇਰੀ ਰੋਂਗਟੇ ਖੜੇ ਕਰ ਦਿੰਦੀ ਹੈ ਉਹ ਕਿੱਸਾ। ਇੱਕ ਟ੍ਰੇਨ ਬਲਾਸਟ ਹੋਇਆ ਸੀ ਔਰ ਉਹਦੇ ਚ ਜਿਹੜੀਆਂ ਡੈਡ ਬੋਡੀ ਸ਼ਿਫਟ ਕਰਨੇ ਸੀ। ਮੈਨੂੰ ਆਇਆ ਇੱਕ ਫੋਨ ਕਾਲ ਤੇ ਇਹ ਬੋਡੀ ਸ਼ਿਫਟ ਕਰਨੀ ਹੈ ਜਿਹੜਾ ਫਲਾਣੇ ਹਸਪੀਟਲ ਤੋਂ ਕਰੀਬਨ 60 ਕਿਲੋਮੀਟਰ ਦੂਰ ਉਹਨਾਂ ਦਾ ਘਰ ਹੈ ਉੱਥੇ। ਉਸ ਵੇਲੇ ਬੰਬੇ ਵਿੱਚ ਸਿਰਫ ਐਂਬੂਲੈਂਸ, ਪੁਲਿਸ ਔਰ ਫਾਇਰ ਬ੍ਰਿਗੇਡ ਤੋਂ ਇਲਾਵਾ ਕੋਈ ਵਹੀਕਲ ਬਾਹਰ ਨਹੀਂ ਸੀ, ਖਾਲੀ ਸਰਕਾਰੀ ਗੱਡੀਆਂ ਹੀ ਸੀ ਬਸ। ਬੰਬੇ ਪੂਰਾ ਡੈਡ, ਸਭ ਦੁਕਾਨਾਂ ਬਿਨਾਂ ਬੰਦ, ਰੋਡ ਬੰਦ, ਕੁਛ ਨਹੀਂ। ਮੈਂ ਜਦੋਂ ਉੱਥੇ ਸ਼ਿਫਟ ਗਿਆ ਤੇ ਉਹ ਬੋਡੀ ਮੈਨੂੰ ਕਿਹਾ ਕਿ ਵੀ ਉਹ ਕਿਸੇ ਰੇਲਵੇ ਦੇ ਡਿਪਾਰਟਮੈਂਟ ਦਾ ਹੀ ਸੀ ਬੰਦਾ, ਉਹ ਉਹਦਾ ਵੱਡੀ ਪੋਜੀਸ਼ਨ ਦਾ ਸੀਗਾ। ਉਹ ਬੋਡੀ ਲੈ ਸ਼ਿਫਟ ਕਰਨ ਔਰ ਉਹਦੇ ਤੇ ਇੱਕ ਮਾੜਾ ਜਿਹਾ ਕੱਪੜਾ ਪਾਇਆ ਸੀਗਾ। ਉਹ ਕੱਪੜੇ ਦੇ ਥੱਲੇ ਜਿਹੜੀ ਬੋਡੀ ਸੀ ਨਾ ਉਹ ਇਟ ਵਾਸ ਇਨ 6 ਪੀਸਸ। ਉਹਨਾਂ ਨੂੰ ਇਕੱਠਾ ਕਰਕੇ ਇੱਕ ਬੋਡੀ ਸ਼ੇਪ ਬਣਾਤਾ। ਦਿਸ ਵਾਸ ਦ ਬੋਡੀ ਆਫ XYZ। ਮੈਂ ਉਹਨੂੰ ਕਿਹਾ ਕਿ ਵੀ ਕਫਨ, ਕਹਿੰਦਾ ਕਫਨ ਕਿੱਥੋਂ ਲਿਆਈਏ, ਕਿਉਂਕਿ ਮਾਸ ਸਕੇਲ ਤੇ ਹੋਇਆ ਸੀ ਔਰ ਹਸਪੀਟਲ ਦੇ ਵਿੱਚ ਵੀ ਉਨਾ ਸਟਾਕ ਨਹੀਂ ਹੋਣਾ। ਹਪਲਾ ਤਪਲੀ ਮਚ ਗਈ, ਹੁਣ ਉਹਨੂੰ ਸ਼ਿਫਟ ਤੇ ਕਰਨਾ ਹੈ। ਤੇ ਮੇਰੇ ਦਿਮਾਗ, ਮੈਂ ਐ ਕਰਨ ਲੱਗਿਆ ਉਹ ਵਾਹਿਗੁਰੂ। ਜਦੋਂ ਐ ਗਿਆ ਨਾ ਤੇ ਮੇਰੇ ਸਿਰ ਤੇ ਮੈਂ ਦੇਖਿਆ ਗੁਰੂ ਨਾਨਕ ਦੀ ਤਾਜ ਤੇ ਮੇਰੇ ਸਿਰ ਤੇ ਆ ਪੱਗ ਤੇ ਕਦੋਂ ਕੰਮ ਆਣੀ ਹੈ। ਉਸੇ ਵੇਲੇ ਪੱਗ ਲਾਈ ਔਰ ਉਹਦੇ ਵਿੱਚ ਉਹ 6 ਪੀਸਸ ਲਪੇਟੇ। ਉਹਨਾਂ ਦਾ ਇੱਕ ਡਿਪਟੀ ਜਨਰਲ ਮੈਨੇਜਰ ਸੀ ਉਸੇ ਡਿਪਾਰਟਮੈਂਟ ਦਾ, ਉਹ ਢਾਈਆਂ ਮਾਰ ਕੇ ਰੋਣ ਲੱਗਿਆ ਔਰ ਐਲਾਨੀਆ ਨੇ ਕਹਿਤਾ कि भी ये काम सिर्फ सरदार कर सकते। और ਉਹਨੇ ਫਿਰ ਇੱਕ ਅਖਬਾਰ ਦੇ ਵਿੱਚ ਆਰਟੀਕਲ ਵੀ ਲਿਖ ਕੇ ਦਿੱਤਾ। ਉਹਨੂੰ ਸ਼ਿਫਟ ਕਰਨ ਵਾਸਤੇ ਅਸੀਂ ਲੈ ਗਏ। ਬੜੀ ਸਮੈਲ ਆ ਰਹੀ ਸੀ, ਪੰਜੈਂਟ ਸਮੈਲ, ਹਲਕੀ ਹਲਕੀ ਬਾਰਿਸ਼ ਸੀ ਔਰ ਕਰੀਬਨ ਡਿਸਟੈਂਸ ਵੀ 60 ਕਿਲੋਮੀਟਰ, ਮਤਲਬ ਘੰਟੇ ਸਵਾ ਘੰਟੇ ਦਾ ਡਿਸਟੈਂਸ ਹੋਣਾ। ਹੁਣ ਦੋ ਬੇਟੇ ਸੀ ਉਹਦੇ, ਉਹਨਾਂ ਨੂੰ ਮੈਂ ਕਿਹਾ ਪਿੱਛੇ ਹੁਣ ਸਮੈਲ ਬੜੀ ਆ ਰਹੀ ਹੈ ਤੇ ਤੁਸੀਂ ਨੀਲਗਿਰੀ ਦਾ ਤੇਲ ਔਰ ਉਹ ਪਾ ਲਿਆ ਸੀ ਰੋਸ ਵਾਟਰ, ਤੇ ਤੁਸੀਂ ਬੋਡੀ ਤੇ ਸਪ੍ਰਿੰਕਲ ਕਰੀ ਜਾਓ। ਉਹ ਕਹਿੰਦੇ ਨੇ ਸਾਨੂੰ ਤਾਂ ਪਿੱਛੇ ਡਰ ਲੱਗਦਾ, जब ये हंस तजिए काया प्रेत प्रेत कर पा गए। ਉਸੇ ਸਰੀਰ ਨੂੰ 5 ਮਿੰਟ ਪਹਿਲੇ ਤੋਂ ਜੱਫੀ ਪਾਇਆ ਸੀ, ਹੁਣ ਉਸੇ ਸਰੀਰ ਦੇ ਟੁਕੜੇ ਹੋ ਗਏ ਤੇ ਤੂੰ ਡਰ ਰਿਹਾ। ਪਰ ਚਲੋ ਗੁਰੂ ਨਾਨਕ ਨੇ ਹੌਸਲਾ ਬਖਸ਼ਿਆ। ਮੈਂ ਪਿੱਛੋਂ ਦੀ ਡਰਾਈਵ ਕਰਦਾ ਸੀ ਔਰ ਪਿੱਛੇ ਸਪ੍ਰਿੰਕਲ ਕਰੀ ਜਾਂਦਾ ਸੀ। ਸਮੈਲ ਬਹੁਤ ਸੀ ਨਾ। ਔਰ ਉੱਥੇ ਜਾ ਕੇ ਉਹ ਸਟ੍ਰੈਚਰ ਦੇ ਨਾਲ ਹੀ ਉਹਦਾ ਕ੍ਰੀਮੇਸ਼ਨ ਉੱਥੇ ਇਹਨਾਂ ਦੇ ਘਰ ਜਾ ਕੇ ਨਾ ਕਰਾਤਾ ਸੀ। ਉਹ ਦੈਟ ਵਾਸ ਅ ਪੇਨਫੁਲ ਇਨਸੀਡੈਂਟ ਜਿਹੜਾ ਮੇਰੇ ਦਿਲ ਦਿਮਾਗ 'ਚੋਂ ਕਦੀ ਜਾਂਦਾ ਨਹੀਂ ਹੈ, ਭਾਵੇਂ ਉਹ ਕਈ ਸਾਲ ਹੋ ਗਏ। ਇਹ ਨੈਚੁਰਲ ਐਂਡ ਮੈਨ ਮੇਡ ਜਿਤਨੇ ਵੀ ਡਿਜ਼ਾਸਟਰਸ ਨੇ ਇੰਡੀਆ ਦੇ ਵਿੱਚ, ਕਿੱਥੇ ਵੀ, ਭਾਵੇਂ ਉਹ ਗੁਜਰਾਤ ਹੈ, ਭਾਵੇਂ ਬੰਬੇ ਦਾ ਅਰਥਕੁਏਕ ਜਾਂ ਟੈਰਰਿਸਟ ਅਟੈਕ ਹੈ, ਭਾਵੇਂ ਉੱਤਰਾਖੰਡ ਦਾ ਹੈ, ਭਾਵੇਂ ਉੱਤਰਕਾਸ਼ੀ ਦਾ ਹੈ, ਭਾਵੇਂ ਸੁਨਾਮੀ ਵੇਲੇ ਮਦਰਾਸ ਦਾ ਹੈ, ਜਿੱਥੇ ਜਿੱਥੇ ਜਦੋਂ ਜਦੋਂ ਆਪਤੀਆਂ ਜਾਂ ਨੈਚੁਰਲ ਜਾਂ ਮੈਨ ਮੇਡ ਡਿਜ਼ਾਸਟਰਸ ਹੋਏ, ਗੁਰੂ ਨਾਨਕ ਨੇ ਆਪ ਮੈਨੂੰ ਲੈ ਕੇ ਉੱਥੇ ਪਹੁੰਚਾ ਕੇ ਕੁਝ ਜਿਹੜੀ ਸੇਵਾ ਉਹਨੇ ਦਿੱਤੀ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹਨੂੰ ਫਿਰ ਛੋਟਾ ਮੋਟਾ ਡਾਕੂਮੈਂਟੇਸ਼ਨ ਵੀ ਕਰਕੇ ਰੱਖਿਆ ਹੋਇਆ। ਤੇ ਇਹ ਬਖਸ਼ਿਸ਼ ਗੁਰੂ ਨਾਨਕ ਦੀ ਹੈ, ਮੈਂ ਉਹਦੇ 'ਚ ਕੁਝ ਨਹੀਂ ਕੀਤਾ। ਵਾਹਿਗੁਰੂ। ਹਾਂਜੀ। ਤੁਸੀਂ ਕਿੱਥੇ ਜਾ ਕੇ ਅਗਰ ਕਿਸੇ ਬਿਮਾਰ ਬੰਦੇ ਦੀ, ਦੁਖੀ ਬੰਦੇ ਦੀ ਤੁਸੀਂ ਇਹ ਸੇਵਾ ਕਰਦੇ ਹੋ, ਮੈਨੂੰ ਲੱਗਦਾ ਕਿ ਇਹੀ ਰੱਬ ਦੀ ਸੇਵਾ ਹੁੰਦੀ ਹੈ, ਇਹੀ ਦਸਵੰਧ ਹੈ, ਇਹ ਸਭ ਤੋਂ ਬੜੀ ਸੇਵਾ ਹੈ। ਹੋਰ ਜੋ ਮਰਜ਼ੀ ਅਸੀਂ ਕਰੀ ਜਾਈਏ, ਮੇਰਾ ਖਿਆਲ ਹੈ ਉਹ ਸਾਰੀਆਂ ਚੀਜ਼ਾਂ ਬਹੁਤ ਛੋਟੀਆਂ ਨੇ ਇਹਨਾਂ ਗੱਲਾਂ ਪਿੱਛੇ। ਔਰ ਹੁਣ ਪ੍ਰੋਗਰਾਮ 'ਚ ਆਪਣੇ ਕੋਲੇ 5 ਮਿੰਟ ਨੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਤੋਂ ਹੀ ਪੁੱਛੂੰਗੀ ਕਿ ਤੁਹਾਨੂੰ ਅੰਮ੍ਰਿਤਸਰ ਬੁਲਾਇਆ ਗਿਆ, 5 ਪਿਆਰਿਆਂ ਨੇ ਤੁਹਾਨੂੰ ਸਨਮਾਨਿਤ ਕੀਤਾ, ਉਸ ਬਾਰੇ ਥੋੜ੍ਹਾ ਜਿਹਾ ਦੱਸੋ। ਭੈਣ ਜੀ, ਮੈਨੂੰ ਅਵਾਰਡ ਤੇ ਭਾਵੇਂ 16-17 ਅਵਾਰਡ ਮਿਲੇ, ਭਾਵੇਂ ਅਲੱਗ-ਅਲੱਗ ਕਮਿਊਨਿਟੀ ਤੋਂ ਹੀ। ਸਾਊਥ ਇੰਡੀਅਨ ਕਮਿਊਨਿਟੀ, ਫਿਲਮ, ਬਾਲੀਵੁੱਡ ਦੇ ਫਿਲਮ ਸਟਾਰ ਪਰੇਸ਼ ਰਾਵਲ ਨੇ ਵੀ ਦਿੱਤਾ ਸੀ ਕਰਮਵੀਰ ਪੁਰਸਕਾਰ, ਔਰ ਦੁਬਈ ਵਿੱਚ ਵੀ ਇੱਕ ਹਾਨਰ ਕੀਤਾ ਗਿਆ ਸੀ ਮੈਨੂੰ ਪਿਛਲੇ 2 ਸਾਲ ਪਹਿਲੇ, ਔਰ ਅੰਮ੍ਰਿਤਸਰ ਵਿੱਚ ਭਾਈ ਕਨਈਆ ਅਵਾਰਡ ਨਾਲ ਮੈਨੂੰ ਸਨਮਾਨਿਤ ਕੀਤਾ, ਜਿਹੜਾ ਮੇਰੇ ਵਾਸਤੇ ਇੱਕ ਬਹੁਤ ਬੜਾ ਰਿਸਪੈਕਟਫੁਲ ਅਵਾਰਡ ਰਿਹਾ। ਇੱਕ ਭਾਈ ਕਨਈਆ ਅਵਾਰਡ ਇੱਕ ਸੰਸਥਾ ਹੈ ਭਾਈ ਕਨਈਆ ਸੁਸਾਇਟੀ, ਉਹਨਾਂ ਨੇ ਦਿੱਤਾ ਸੀ।
ਇੱਕ ਅਵਾਰਡ ਭਾਈ ਕਨਈਆ ਅਵਾਰਡ ਜਿਹੜਾ ਪੰਜ ਸਿੰਘ ਸਾਹਿਬਾਂ ਨੇ, ਦਰਬਾਰ ਸਾਹਿਬ ਦੇ ਪੰਜ ਸਿੰਘ ਸਾਹਿਬਾਂ ਨੇ, ਉਹ ਜੰਡਿਆਲੇ ਗੁਰੂ ਇੱਕ ਸਕੂਲ ਕਾਲਜ ਦੇ ਵਿੱਚ ਪ੍ਰੋਗਰਾਮ ਹੋਇਆ ਸੀ, ਉੱਥੇ ਮੈਨੂੰ ਉਹਨਾਂ ਨੇ ਸਨਮਾਨਿਤ ਕੀਤਾ। ਔਰ ਮੈਂ ਇਕੱਲਾ ਮੈਂ ਨਹੀਂ ਸੀ, ਹੋਰ ਵੀ ਕੁਝ ਸੀਗੇ ਇਸ ਤਰ੍ਹਾਂ ਦੀਆਂ ਰੂਹਾਂ ਜਿਨ੍ਹਾਂ ਨੂੰ ਉਹਨਾਂ ਨੇ ਸਨਮਾਨਿਤ ਕੀਤਾ ਸੀ। ਉਹ ਇੱਕ ਬੜਾ ਵੱਡਾ ਮੇਰੇ ਵਾਸਤੇ ਸਨਮਾਨ ਔਰ ਮੇਰੇ ਵਾਸਤੇ ਇੱਕ ਹਾਨਰ ਰਿਹਾ, ਜਿਹਦੀ ਮੈਂ ਹਾਈ ਰਿਗਾਰਡ ਕਰਨਾ। ਅਵਾਰਡ ਤੇ ਸਾਰੇ ਰਿਗਾਰਡਡ ਹਨ, ਪਰ ਪੰਜ ਸਿੰਘ ਸਾਹਿਬਾਂ ਕੋਲੋਂ ਮਿਲਣਾ ਔਰ ਸਾਡੇ ਕੌਮ ਦੇ ਨੁਮਾਇੰਦਿਆਂ ਕੋਲੋਂ ਮਿਲਣਾ, ਇਹ ਇੱਕ ਬਹੁਤ ਵੱਡੀ ਮੇਰੇ ਵਾਸਤੇ ਨਾ ਮਾਣ ਦੀ ਗੱਲ ਹੈ। ਔਰ ਜਿਸ ਵਾਸਤੇ ਮੈਂ ਗੁਰੂ ਨਾਨਕ ਦਾ ਆਪ ਤਹਿ ਦਿਲੋਂ ਧੰਨਵਾਦ ਕਰਨਾ, ਜਿਨ੍ਹਾਂ ਨੇ ਇਹ ਮੈਨੂੰ ਕਾਬਿਲ ਸਮਝਿਆ ਇਸ ਅਵਾਰਡ ਵਾਸਤੇ। ਦੇਖੋ, ਭਾਈ ਕਨਈਆ ਜੀ ਨੂੰ ਯਾਦ ਕੀਤਾ ਜਾਂਦਾ ਮਿਸਟਰ ਕੋਹਲੀ ਕਿ ਉਹਨਾਂ ਨੇ ਕੋਈ ਭੇਦਭਾਵ ਨਹੀਂ ਸੀ ਕੀਤਾ, ਹੈ ਨਾ। ਉਹ ਦੁਖੀਆਂ ਨੂੰ ਦੁਖੀ ਹੀ ਸਮਝਿਆ, ਉਹਨਾਂ ਨੇ ਨਹੀਂ ਸਮਝਿਆ ਬੈਰੀ ਸੀਗੇ ਉਹ। ਜਦੋਂ ਗੁਰੂ ਸਾਹਿਬ ਕੋਲ ਸ਼ਿਕਾਇਤ ਕੀਤੀ ਕਿ ਉਹਨਾਂ ਨੇ ਕਿਹਾ ਵੀ ਮੈਨੂੰ ਤਾਂ ਸਾਰਿਆਂ 'ਚ ਤੁਹਾਡਾ ਰੂਪ ਨਜ਼ਰ ਆਉਂਦਾ। ਸੋ ਅਗਰ ਸਾਨੂੰ ਇਨਸਾਨਾਂ ਵਿੱਚ ਰੱਬ ਨਜ਼ਰ ਆਉਂਦਾ ਹੈ ਤਾਂ ਮੈਨੂੰ ਲੱਗਦਾ ਕਿ ਅਸੀਂ ਇਨਸਾਨ ਹੈਗੇ ਹਾਂ। ਔਰ ਅਗਰ ਸਾਨੂੰ ਗੁਰਦੁਆਰੇ ਤੋਂ ਬਾਹਰ ਨਿਕਲ ਕੇ ਰੱਬ ਕਿਤੇ ਨਜ਼ਰ ਨਹੀਂ ਆਉਂਦਾ, ਮੈਨੂੰ ਲੱਗਦਾ ਫਿਰ ਸਾਨੂੰ ਸੋਚਣ ਦੇ, ਵਿਚਾਰਨ ਦੇ ਕਿਤੇ ਨਾ ਕਿਤੇ ਮਿਸਟਰ ਕੋਹਲੀ ਲੋੜ ਹੁੰਦੀ ਹੈ। ਬਹੁਤ ਸਾਰੀ ਸੰਸਥਾਵਾਂ ਨੇ ਤੁਹਾਨੂੰ, ਮੈਂ ਦੇਖਿਆ ਪੜ੍ਹਿਆ, ਬਹੁਤ ਸਾਰੀਆਂ ਸੰਸਥਾਵਾਂ ਨੇ ਤੁਹਾਨੂੰ ਸਨਮਾਨਿਤ ਕੀਤਾ, ਭਾਵੇਂ ਬਾਲੀਵੁੱਡ ਹੈ ਜਾਂ ਹੋਰ ਹਿੰਦੂ ਸਮਾਜ ਨੇ ਵੀ ਕਾਫੀ ਜਗ੍ਹਾ ਮੈਂ ਦੇਖਿਆ ਕਿ ਤੁਹਾਨੂੰ ਸਨਮਾਨਿਤ ਕੀਤਾ ਗਿਆ। ਬਹੁਤ ਸਾਰੇ ਅਖਬਾਰਾਂ ਨੇ ਤੁਹਾਡੇ ਬਾਰੇ ਲਿਖਿਆ, ਸ਼ਲਾਘਾ ਕੀਤੀ। ਔਰ ਸੱਚੀ ਮੁੱਚੀ ਇਹ ਸ਼ਲਾਘਾਯੋਗ ਕੰਮ ਹੈ ਕਿ ਤੁਸੀਂ ਇੰਨਾ ਕੁਛ ਕਰ ਰਹੇ ਹੋ। ਔਰ ਜਿੱਦਾਂ ਸ਼ੁਰੂ ਕੀਤਾ ਉਹ ਸਾਰਿਆਂ ਵਾਸਤੇ ਪ੍ਰੇਰਨਾਦਾਇਕ ਹੈ ਕਿ ਜਿੱਦਾਂ ਬੰਦੇ ਵਿੱਚ ਇੱਕ ਜਜ਼ਬਾ ਹੋਣਾ ਚਾਹੀਦਾ, ਇੱਕ ਤੁਹਾਡੇ ਅੰਦਰ ਸੇਵਾ ਭਾਵਨਾ ਹੋਣੀ ਚਾਹੀਦੀ ਹੈ। ਨਹੀਂ ਤਾਂ ਸਾਡੇ ਕੋਲ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ। ਹੁਣ ਸਾਡੇ ਕੋਲ 2 ਮਿੰਟ ਨੇ ਰੈਪ ਅਪ ਕਰਨ ਲਈ। ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਮਿਸਟਰ ਕੋਹਲੀ? ਕੀ ਸੁਨੇਹਾ ਦੇਣਾ ਚਾਹੋਗੇ ਬੇਸਿਕਲੀ? ਮੇਰੀ ਤੇ ਸਾਰੀ ਮਨੁੱਖਤਾ ਵਾਸਤੇ, ਸਿੱਖਾਂ ਵਾਸਤੇ ਨਹੀਂ, ਸਾਰੀ ਮਨੁੱਖਤਾ ਲਈ ਇੱਕ ਸਨੀਮਰ ਬੇਨਤੀ ਹੈ ਕਿ ਜੇ ਅਗਰ ਤੁਸੀਂ ਕਿਸੇ ਕਾਬਿਲ ਹੋ ਜਾਂ ਕਿਸੇ ਸਮਰੱਥਾ ਰੱਖਦੇ ਹੋ ਕਿਸੇ ਵੀ ਚੀਜ਼ ਵਾਸਤੇ, ਤਾਂ ਉਹਨੂੰ ਵੰਡ ਕੇ ਛਕਣ ਦੀ ਨਾ ਕੋਸ਼ਿਸ਼ ਕਰੋ। ਕੋਈ ਵੀ, ਭਾਵੇਂ ਉਹ ਪਦਾਰਥ ਹੈ, ਭਾਵੇਂ ਪੈਸਾ ਹੈ, ਭਾਵੇਂ ਨੌਲੇਜ ਹੈ, ਭਾਵੇਂ ਟਾਈਮ ਹੈ, ਉਹਨੂੰ ਵੰਡ ਕੇ ਛਕਣ ਦੀ ਕੋਸ਼ਿਸ਼ ਕਰੋ। ਮੈਨੂੰ ਇੱਕ ਸ਼ੇਰ ਯਾਦ ਆਉਂਦਾ, ਆਈ ਬਿਲੀਵ ਇਟ ਮੁਹੰਮਦ ਇਕਬਾਲ ਦਾ, ਮੈਨੂੰ ਆਈ ਐਮ ਨਾਟ ਵੈਰੀ ਸ਼ੋਰ। ਉਹਨੇ ਕਿਹਾ ਸੀ ਕਿ ਮਾਨਾ ਕੇ ਹਰ ਗੁਲਸ਼ਨ ਕੋ ਗੁਲਜ਼ਾਰ ਨਾ ਕਰ ਸਕੇਂਗੇ ਹਮ। ਇਟ ਇਜ਼ ਵੈਰੀ ਡਿਫਿਕਲਟ ਮੇਰੇ ਜੇ ਇੱਕ ਇਨਸਾਨ ਨੂੰ ਵਾਸਤੇ ਹਰ ਇੱਕ ਸਾਰਿਆਂ ਦੀ ਜ਼ਿੰਦਗੀ ਵਿੱਚ ਨਾ ਖੁਸ਼ਹਾਲੀ ਲਿਆ ਸਕਾਂ। ਇਟ ਇਜ਼ ਵੈਰੀ ਡਿਫਿਕਲਟ ਕਿ ਸਾਰਿਆਂ ਦੀ ਜ਼ਿੰਦਗੀ ਬਲੌਸਮ ਕਰ ਸਕਾਂ। माना कि हर गुलशन को गुलजार ना कर सकेंगे हम, पर एक खार तो कम कर सकेंगे गुजरेंगे जहां से हम। खार ਹੁੰਦਾ ਕਿਸੇ ਦੇ ਕੰਡਾ, ਅਸੀਂ ਕਿਸੇ ਦੇ ਪੈਰਾਂ ਤੋਂ ਕਿਸੇ ਦੇ ਰਸਤੇ ਚੋਂ ਕੰਡਾ ਤੇ ਸਾਈਡ ਤੇ ਕਰ ਸਕਨੇ ਆ ਨਾ। ਔਰ ਉਹ ਕੰਡਾ ਦਾ ਜਿਹੜਾ ਜਜ਼ਬਾ ਸੀ, ਉਹ ਭਗਤ ਪੂਰਨ ਸਿੰਘ ਜੀ ਨੂੰ ਪਿੰਗਲਵਾੜੇ ਵਾਲਿਆਂ ਨੇ ਜਜ਼ਬਾ ਸ਼ੁਰੂ ਕੀਤਾ ਸੀ, ਰਸਤਿਆਂ ਚੋਂ ਕਿੱਲੇ ਕੱਚ ਕੰਡੇ ਨੂੰ ਸਾਈਡ ਤੇ ਕਰਨ ਦੀ। ਔਰ ਉਹ ਸ਼ੁਰੂਆਤ ਉਹਨਾਂ ਨੇ ਸ਼ੁਰੂ ਕੀਤੀ ਉੱਥੋਂ ਦੀ। ਅੱਜ ਪਿੰਗਲਵਾੜਾ ਸਾਡਾ ਇੱਕ ਮਾਣ ਦਾ ਸਰੋਤ ਹੈ, ਇੱਕ ਸਾਡਾ ਧੁਰਾ ਹੈ, ਜਿੱਥੇ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡੀ ਵੀ ਬਹੁਤ ਵੱਡੀ ਸੰਸਥਾ ਜਿਹੜੀ ਸੇਵਾ ਨਿਭਾ ਰਹੀ ਹੈ। ਇਹ ਇੱਕ ਛੋਟਾ ਜਿਹਾ ਮੇਰਾ ਇੱਕ ਫੀਲਿੰਗਸ ਹੈ। ਪਰ ਅਗਰ ਤੁਸੀਂ ਇੱਕ ਪੋਜ਼ਿਟਿਵ ਐਟੀਟਿਊਡ ਲਿਆ ਜਾਂਦੇ ਹੋ ਅਗਰ ਸੇਵਾ ਦੇ ਵਾਸਤੇ, ਕੋਈ ਵੀ ਸੇਵਾ, ਮੈਨੂੰ ਨਹੀਂ ਲੱਗਦਾ ਕਿ ਵੀ ਤੁਹਾਨੂੰ ਕਿਸੇ ਚੀਜ਼ ਦੀ ਵੀ ਅੜਚਨ ਆਏਗੀ ਜਾਂ ਪਰੇਸ਼ਾਨੀ ਆਏਗੀ। ਆਪ ਹੀ ਅੰਦਰ ਹੀ ਸਾਡੇ ਅੰਦਰ ਹੀ ਪੋਜ਼ਿਟਿਵਿਟੀ ਆ ਜਾਂਦੀ ਕਰਨ ਵਾਸਤੇ। ਭਾਵੇਂ ਉਹਨੇ ਲਾਕਡਾਊਨ ਦੇ ਹਾਲਾਤ ਵਿੱਚ ਵੀ ਬੈਠੇ ਆ, ਅੰਦਰ ਬੈਠ ਕੇ ਵੀ ਨਾ ਸੇਵਾ ਦੇ ਜਿਹੜੇ ਸਾਡੇ ਕੋਲ ਕਾਰਜ ਹੋ ਸਕਦੇ ਕਰੀ ਜਾਂਦੇ ਆ, ਪਰ ਕਦੀ ਮਹਿਸੂਸ ਨਹੀਂ ਆਇਆ ਕਿ ਪਿਛਲੇ 5-6 ਮਹੀਨਿਆਂ ਤੋਂ ਅਸੀਂ ਲਾਕਡਾਊਨ ਵਿੱਚ ਬੈਠੇ ਹਾਂ, ਕੋਈ ਬੋਰ ਹੋ ਰਿਹਾ, ਕਾਲੇ ਪੈ ਗਿਆ, ਡਿਪਰੈਸਿਵ ਮੋਡ, ਨੈਗੇਟਿਵ ਮੋਡ, ਨਥਿੰਗ। ਯੂ ਆਲਵੇਸ ਇਨ ਚੜ੍ਹਦੀ ਕਲਾ ਦੀ ਅਵਸਥਾ 'ਚ ਗੁਰੂ ਨਾਨਕ ਆਪ ਰੱਖਦਾ ਐਸੇ ਬੰਦਿਆਂ ਨੂੰ ਜਿਹੜਾ ਅਗਰ ਆਪਣੇ ਵਾਸਤੇ ਵੀ ਜੀ ਲਏ ਔਰ ਕਿਸੇ ਦੂਸਰੇ ਵਾਸਤੇ ਵੀ ਤਾਂ ਸੋਚ ਲਏ ਕਿ ਮੈਂ ਕੁਝ ਕਰਨਾ ਚਾਹਨਾ। ਇਹ ਮੇਰੀ ਇੱਕ ਅਰਦਾਸ ਰਹਿੰਦੀ ਸਦਾ ਵਾਸਤੇ ਕਿ ਵੀ ਹਰ ਬੰਦਾ ਕਹਿ ਦਿੰਦਾ ਕਿ ਨਾਨਕ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ, ਕਹਿ ਦੇਣਾ ਔਰ ਕਰ ਦੇਣੇ ਤੱਕ ਪਹੁੰਚਣ। ਅਸੀਂ ਪ੍ਰੈਕਟੀਕਲੀ ਜੀਣਾ, ਅਸੀਂ ਮਨਾਉਣਾ। ਬੇਸ਼ੱਕ ਤੁਸੀਂ ਸਾਰੇ ਗੁਰਪੁਰਬ ਦਿਨ ਤਿਉਹਾਰ ਮਨਾਓ, ਪਰ ਮਨਾਉਣ ਨਾਲੋਂ ਜ਼ਿਆਦਾ ਮੰਨਣਾ ਕੀ ਮੇਰਾ ਗੁਰੂ ਨਾਨਕ ਕਹਿੰਦਾ ਮੈਨੂੰ ਮੰਨਣ ਵਾਸਤੇ। ਥੈਂਕ ਯੂ ਜੀ, ਕੋਸ਼ਿਸ਼ ਕਰਨਾ। ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਜੀ, ਤੁਸੀਂ ਟਾਈਮ ਕੱਢਿਆ ਸਾਡੇ ਲਈ, ਥੈਂਕ ਯੂ ਸੋ ਮਚ। ਔਰ ਇਹਦੇ ਨਾਲ ਹੀ ਹਰਸ਼ਰਨ ਕੌਰ ਧਾਲੀਵਾਲ ਨੂੰ ਇਜਾਜ਼ਤ ਦਿਓ ਜੀ। ਰੱਬ ਨੇ ਚਾਹਿਆ ਕੱਲ ਫਿਰ ਮੁਲਾਕਾਤ ਹੋਏਗੀ। ਉਦੋਂ ਤੱਕ ਖਾਸ ਦੇ ਵਾਸਤੇ ਰਹੋ, ਖੁਸ਼ ਰਹੋ, ਆਪਣਾ ਖਿਆਲ ਰੱਖੋ, ਆਪਣਿਆਂ ਦਾ ਖਿਆਲ ਰੱਖੋ।